ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਸਦਾ ਹੀ ਬਖਸ਼ਿੰਦ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਆਪਾਂ ਸਾਰੇ ਹੀ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦੇ ਚਰਨਾਂ ਦੇ ਨਾਲ ਵਾਹਿਗੁਰੂ ਗੁਰਬਾਣੀ ਜੀ ਦਾ ਪਾਠ ਕੀਰਤਨ ਸਰਵਣ ਕਰ ਰਹੇ ਸਾਂ। ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ। ਇਹ ਮਹਾਨ ਪ੍ਰਸੰਨਤਾ ਦੇਣ ਵਾਲਾ ਜਿਹੜਾ ਸਮਾਂ ਹੈ ਉਹ ਸਾਨੂੰ ਬਖਸ਼ਿਸ਼ ਕੀਤਾ ਹੈ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਭਪੁਰ ਭਿਆਨਾ ਕਰ ਗਏ, ਦੇਵਪੁਰੀ ਮਹਿ ਗਇਓ। ਸੱਚੇ ਪਾਤਸ਼ਾਹ ਮਹਾਰਾਜ ਸੱਚਖੰਡ ਚਲੇ ਗਏ। ਪਿੱਛੋਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਬੈਰਾਗ ਵਿੱਚ ਆ ਗਏ। ਇੰਨਾ ਜ਼ਿਆਦਾ ਬੈਰਾਗ ਆ ਗਿਆ ਵੀ ਬੈਰਾਗ ਠੱਲਿਆ ਨਾ ਜਾਵੇ ਜੀ। ਹੁੰਦਾ ਸੰਗਤ ਜੀ ਜਿਹਦੇ ਨਾਲ ਜਿਸ ਦਾ ਪਿਆਰ ਹੋਵੇ, ਆਪੋ ਆਪਣੇ ਪਿਆਰ ਦੀ ਗੱਲ ਹੈ। ਕਿਸੇ ਦਾ ਥੋੜ੍ਹਾ ਪਿਆਰ ਹੈ ਅਤੇ ਕਿਸੇ ਦਾ ਬਹੁਤਾ ਪਿਆਰ ਹੈ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਆ ਗਏ। ਮਹਾਰਾਜ ਸੱਚੇ ਪਾਤਸ਼ਾਹ ਮਾਤਾ ਭਰਾਈ ਜੀ ਦੇ ਗ੍ਰਹਿ ਵਿਖੇ ਚਲੇ ਗਏ। ਮਾਤਾ ਭਰਾਈ ਜੀ ਜਿਹੜੇ ਹੈ ਉਹਨਾਂ ਨੇ ਮਹਾਰਾਜ ਜੀ ਨੂੰ ਪੁੱਛਿਆ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਵੀ ਗੁਰੂ ਨਾਨਕ ਸਾਹਿਬ ਮਹਾਰਾਜ ਕਿੱਥੇ ਹੈ, ਉਹਨਾਂ ਨੂੰ ਕਿੱਥੇ ਛੱਡ ਕੇ ਆਏ ਹੋ। ਅਤੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਸੁਣਦਿਆਂ ਸਾਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੈਰਾਗੀ ਹੋ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਵੈਰਾਗੀ ਹੋ ਗਏ, ਨੇਤਰਾਂ ਵਿੱਚੋਂ ਜਲ ਆਉਣ ਲੱਗ ਪਿਆ। ਇਹਦਾ ਭਾਵ ਕੀ ਹੈ? ਪਿਆਰ ਇੰਨਾ ਜ਼ਿਆਦਾ ਜੀ। ਮੈਂ ਪਹਿਲਾਂ ਬੇਨਤੀ ਕੀਤੀ ਹੈ, ਕਿਸੇ ਦਾ ਪਿਆਰ ਵੱਧ ਹੈ ਅਤੇ ਕਿਸੇ ਦਾ ਪਿਆਰ ਘੱਟ ਹੈ ਜੀ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜਿਹੜਾ ਪਿਆਰ ਹੈ ਨਾ ਜੀ, ਉਹ ਕਹਿਣੀ ਕਥਨੀ ਵਿੱਚ ਨਹੀਂ ਆ ਸਕਦਾ ਜੀ। ਮਾਤਾ ਸਮਝ ਗਈ ਵੀ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਤਿਆਗ ਗਏ ਲੱਗਦੇ ਆ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮਾਤਾ ਜੀ ਨੇ ਪੁੱਛਿਆ, ਮਹਾਰਾਜ ਨੇ ਠੋਸ ਜਵਾਬ ਨਾ ਦਿੱਤਾ ਅਤੇ ਚੁੱਪ ਰਹੇ ਜੀ। ਕੁਝ ਸਮੇਂ ਬਾਅਦ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਆਖਿਆ, ਮਾਤਾ ਜਿਸ ਕੋਠੜੀ ਵਿੱਚ ਮੈਂ ਬੈਠਾ ਇਹਨੂੰ ਬਾਹਰੋਂ ਚਿਣ ਦੇ। ਕਹਿਣ ਲੱਗੇ, ਦਰਵਾਜ਼ਾ ਬੰਦ ਕਰਕੇ ਉੱਤੇ ਇੱਟਾਂ ਲਾ ਦੇ। ਪਿਆਰਿਓ, ਮਾਤਾ ਨੇ ਸੋਚਿਆ ਵੀ ਇਹ ਬੜਾ ਵੱਡਾ ਕਦਮ ਹੈ, ਕਿਵੇਂ ਰਹੋਗੇ? ਪਰ ਮਹਾਰਾਜ ਨੇ ਉੱਤਰ ਨਹੀਂ ਦਿੱਤਾ ਜੀ। ਮਾਤਾ ਭਰਾਈ ਜੀ ਨੇ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਵੇਖ ਕੇ ਤੇ ਉਹ ਦਰਵਾਜ਼ਾ ਬੰਦ ਕਰ ਦਿੱਤਾ ਤੇ ਉੱਤੇ ਇੱਟਾਂ ਲਾ ਦਿੱਤੀਆਂ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੀ ਖੁਸ਼ੀ ਜੋ ਲੈਣੀ ਹੈ, ਤੇ ਖੁਸ਼ੀ ਤੇ ਫਿਰ ਸੰਗਤ ਦੀ ਬਚਨ ਕਮਾਉਣ ਵਿੱਚ ਹੈਗੀ ਹੈ ਜੀ। ਬੜਾ ਫਰਕ ਪੈ ਗਿਆ ਤੇ ਮੈਨੂੰ ਮਾਫ਼ ਕਰਿਓ, ਕਹਿਣਾ ਪੈਂਦਾ ਹੈ। ਅੱਜ ਦਾ ਸਿੱਖ ਬਚਨ ਮੰਨ ਕੇ ਨਹੀਂ ਰਾਜੀ, ਬਚਨ ਮਨਾ ਕੇ ਰਾਜੀ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਬਚਨ ਮਨਾ ਕੇ ਰਾਜੀ ਹੈਗਾ ਜੀ। ਹਰ ਬੰਦਾ ਚਾਹੁੰਦਾ ਜੀ ਮੇਰੀ ਗੱਲ ਮੰਨੀ ਜਾਵੇ, ਭਲਿਆ ਆਪ ਗੁਰੂ ਸਾਹਿਬ ਦੀ ਨਹੀਂ ਮੰਨਦਾ ਜੀ। ਤੇ ਚੇਤਾ ਰੱਖਿਓ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬਚਨ ਮੰਨੇ, ਅੱਗੋਂ ਲੋਕਾਂ ਨੇ ਉਹਨਾਂ ਦੇ ਬਚਨ ਮੰਨੇ ਜੀ। ਲੋਕਾਂ ਨੇ ਉਹਨਾਂ ਦੇ ਬਚਨ ਮੰਨੇ। ਜਿਨ੍ਹਾਂ ਨੇ ਗੁਰੂ ਸਾਹਿਬ ਦਾ ਬਚਨ ਮੰਨ ਕੇ ਵਾਹਿਗੁਰੂ ਜੀ ਦਾ ਕੀਤਾ ਨਾ ਭਜਨ, ਤੇ ਹਜ਼ਾਰਾਂ ਲੋਕ ਹੱਥ ਜੋੜ ਕੇ ਖਲੋਤੇ, ਹੁਕਮ ਕਰੋ ਕਹਿਣ ਲੱਗੇ, ਹੁਕਮ ਕਰੋ। ਬਚਨ ਕਮਾਉਣਾ ਸਿੱਖੀ ਹੈ। ਜਿਨ੍ਹਾਂ ਨੇ ਗੁਰੂ ਦੇ ਬਚਨ ਕਮਾਏ ਨਾ ਜੀ, ਅੱਗੋਂ ਸੰਸਾਰ ਫਿਰ ਉਹਨਾਂ ਦੇ ਬਚਨ ਕਮਾਉਂਦਾ ਜੀ। ਮਾਤਾ ਭਰਾਈ ਜੀ ਨੇ ਨਾ ਚਾਹੁੰਦਿਆਂ ਹੋਇਆਂ ਵੀ ਦਰਵਾਜ਼ਾ ਬੰਦ ਕਰਕੇ ਇੱਟਾਂ ਅੱਗੇ ਲਾ ਦਿੱਤੀਆਂ। ਪਿਆਰਿਓ, 6 ਮਹੀਨੇ ਦਾ ਸਮਾਂ ਲੰਘ ਗਿਆ ਜੀ। 6 ਮਹੀਨੇ ਦਾ ਸਮਾਂ, ਤੁਸੀਂ ਕਥਾ ਸੁਣੀ ਹੈ। 6 ਮਹੀਨੇ ਲਗਾਤਾਰ ਅੰਦਰ ਰਹੇ ਤੇ ਇੱਧਰ ਸੰਗਤਾਂ ਜਿਹੜੀਆਂ ਉਹ ਵਿਆਕੁਲ ਹੋ ਗਈਆਂ ਜੀ, ਵਿਆਕੁਲ ਹੋ ਗਈਆਂ। 6 ਮਹੀਨੇ ਬਿਨਾਂ ਅੰਨ ਜਲ ਤੋਂ, ਹਵਾ ਤੋਂ ਜਿਉਂਦੇ ਰਹਿਣਾ, ਇਹ ਗੁਰੂ ਸਾਹਿਬ ਹੀ ਕਰ ਸਕਦੇ, ਬੰਦਾ ਨਹੀਂ ਕਰ ਸਕਦਾ ਜੀ। ਐਵੇਂ ਬੰਦਾ ਰੀਸ ਕਰਕੇ ਕਥਾ ਸੁਣ ਕੇ ਆਖੇ ਹੁਣ ਮੈਂ ਵੀ ਅੰਦਰ ਵੜ ਜਾਵਾਂ, ਨਹੀਂ, ਇਹ ਸਤਿਗੁਰੂ ਕਰ ਸਕਦੇ ਜੀ। ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਇੰਨਾ ਲੰਮਾ ਸਮਾਂ ਅੰਦਰ ਬੈਠੇ ਰਹੇ। ਕਰਤਾਰਪੁਰ ਸੰਗਤਾਂ ਵਿਆਕੁਲ ਹੋਣ ਲੱਗ ਪਈਆਂ। ਸੰਗਤ ਦਾ ਇੰਨਾ ਜ਼ਿਆਦਾ ਪਿਆਰ ਹੋ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵੀ, ਸੰਗਤਾਂ ਦਰਸ਼ਨ ਕਰਨ ਤੋਂ ਬਗੈਰ ਰਹਿ ਨਹੀਂ ਸਕਦੀਆਂ ਜੀ। ਸਲਾਹ ਕੀਤੀ ਵੀ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਜੀ ਨੂੰ ਦਿੱਤੀ ਹੈ, ਤੇ ਹੁਣ ਆਪਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਨੂੰ ਲੱਗੀਏ, ਜਾ ਕੇ ਆਪਣੀ ਜ਼ਿੰਦਗੀ ਦਾ ਭਲਾ ਕਰੀਏ। ਪਰ ਪਿਆਰਿਓ, ਗੁਰੂ ਅੰਗਦ ਸਾਹਿਬ ਦੇ ਦਰਸ਼ਨ ਨਹੀਂ ਹੋ ਰਹੇ। ਸਿੱਖ ਬੈਰਾਗੀ ਹੋਏ ਪਿੰਡਾਂ ਵਿੱਚ ਤੁਰੇ ਫਿਰਦੇ ਵੀ ਸਾਨੂੰ ਮਹਾਰਾਜ ਦੇ ਦਰਸ਼ਨ ਹੋਣ ਜੀ। ਪਿੰਡਾਂ ਵਿੱਚ ਤੁਰੇ ਫਿਰਦੇ, ਅਖੀਰ ਕਰ ਕਰਾ ਕੇ ਕਿਤੇ ਵੀ ਦਰਸ਼ਨ ਨਾ ਹੋਏ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਸੰਗਤਾਂ ਗਈਆਂ ਤੇ ਸਲਾਹ ਹੋਈ
ਵੀ ਮਹਾਰਾਜ ਆਪਣੇ ਨਗਰ ਖਡੂਰ ਸਾਹਿਬ ਵਿੱਚ ਹੋਣਗੇ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਆਪਣੇ ਨਗਰ ਖਡੂਰ ਸਾਹਿਬ ਵਿੱਚ ਹੋਣਗੇ। ਜਦੋਂ ਇੰਨੀ ਗੱਲ ਹੋਈ ਤੇ ਪਿਆਰਿਓ ਉਸ ਸਮੇਂ ਸੰਗਤਾਂ ਇਕੱਠੀਆਂ ਹੋ ਕੇ ਖਡੂਰ ਸਾਹਿਬ ਨੂੰ ਚਾਲਾ ਪਾਇਆ। ਹੁਣ ਖਡੂਰ ਸਾਹਿਬ ਵੀ ਕੁਝ ਨਾ ਮਿਲੇ ਜੀ। ਜਦੋਂ ਖਡੂਰ ਸਾਹਿਬ ਕੁਝ ਨਹੀਂ ਮਿਲਿਆ ਤੇ ਕਰ ਕਰਾ ਕੇ ਫਿਰ ਬਾਬਾ ਬੁੱਢਾ ਜੀ ਨੇ ਮਾਤਾ ਭਰਾਈ ਜੀ ਨੂੰ ਪੁੱਛਿਆ, ਮਾਤਾ ਜੀ ਗੁਰੂ ਸਾਹਿਬ ਕਿੱਥੇ ਹੈ? ਮਾਤਾ ਭਰਾਈ ਜੀ ਮੁਖੋਂ ਨਹੀਂ ਕੁਝ ਬੋਲੇ। ਮੈਂ ਉਸ ਦਿਨ ਬੇਨਤੀ ਕੀਤੀ, ਮੈਂ ਫਿਰ ਬੇਨਤੀ ਕਰਦਿਆਂ ਪਿਆਰਿਓ, ਇੱਕ ਬੰਨੇ ਗੁਰੂ ਅੰਗਦ ਸਾਹਿਬ ਜੀ ਨੇ ਮਨਾ ਕੀਤਾ ਹੋਵੇ ਕਿਸੇ ਨੂੰ ਦੱਸਣਾ ਨਹੀਂ ਹੈ, ਉਹ ਗੱਲ ਬਾਬਾ ਬੁੱਢਾ ਜੀ ਸਿੱਖ ਕੋਲੋਂ ਪੁੱਛ ਰਹੇ ਹੋਣ ਤੇ ਉਹ ਸਿੱਖ ਹੀ ਜਾਣਦਾ ਜਿਹੜਾ ਵਿਚਕਾਰ ਖਲੋਤਾ ਜੀ। ਮਾਤਾ ਭਰਾਈ ਜੀ ਚੁੱਪ ਰਹੇ। ਸੰਗਤਾਂ ਨੂੰ ਪਤਾ ਲੱਗ ਗਿਆ ਵੀ ਮਹਾਰਾਜ ਇੱਥੇ ਹੀ ਹੈ ਜੀ। ਤੇ ਪਿਆਰ ਨਾਲ ਕਹੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਜੀ ਦੀ ਕਮਾਲ ਦੀ ਜੁਗਤ ਹੈ। ਇਹ ਬਚਨ ਤੇ ਜਿੰਨੀ ਵਾਰੀ ਮਰਜ਼ੀ ਸੁਣੀ ਜਾਓ ਨਾ ਜੀ, ਇਹਨੇ ਭਲਾ ਕਰਨਾ ਜੀ। ਬਾਬਾ ਜੀ ਨੂੰ ਪਤਾ ਵੀ ਇਸ ਕੋਠੜੀ ਦੇ ਅੰਦਰ ਨੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੇ ਬਾਬਾ ਜੀ ਕੋਠੜੀ ਦੀ ਪਰਿਕਰਮਾ ਕਰੀ ਜਾਂਦੇ ਜੀ। ਕੋਠੜੀ ਦੀ ਪਰਿਕਰਮਾ ਕਰਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ, ਮਹਾਰਾਜ ਮੈਨੂੰ ਦਰਸ਼ਨ ਦਿਓ, ਸੰਗਤਾਂ ਨੂੰ ਦਰਸ਼ਨ ਦਿਓ। ਅਰਦਾਸ ਕਰਕੇ ਫਿਰ ਵਾਹਿਗੁਰੂ ਕੰਧ ਜਿਹੜੀ ਚਿਣੀ ਸੀ ਉਹ ਫਿਰ ਤੋੜ ਦਿੱਤੀ ਤੇ ਸਾਧ ਸੰਗਤ ਦਰਵਾਜ਼ਾ ਖੋਲ੍ਹਤਾ। ਅੰਦਰ ਮਹਾਰਾਜ ਸੱਚੇ ਪਾਤਸ਼ਾਹ ਬੈਠੇ। ਜਾ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ। ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਾਤਾ ਭਰਾਈ ਜੀ ਨੇ, ਬਾਬਾ ਬੁੱਢਾ ਜੀ ਨੇ ਤੇ ਸਾਧ ਸੰਗਤ। ਹਜ਼ੂਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਫਿਰ ਬਾਹਰ ਆਏ। ਬਾਹਰ ਆ ਕੇ ਸੱਚੇ ਪਾਤਸ਼ਾਹ ਜੀ ਨੇ ਸ਼ਲੋਕ ਉਚਾਰਿਆ ਸੀ। ਸ਼ਲੋਕ ਮਹੱਲਾ ਦੂਜਾ। ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ। ਇਹ ਮਹਾਰਾਜ ਜੀ ਨੇ ਸ਼ਲੋਕ ਉਚਾਰੇ। ਅਰਥ ਹੋ ਚੁੱਕੇ ਸਨ ਸ਼ਲੋਕ ਦੇ, ਉਹ ਆਪ ਜੀ ਨੇ ਸਰਵਣ ਕੀਤੇ ਵੀ ਜਿਸ ਵਾਹਿਗੁਰੂ ਤੋਂ, ਜਿਸ ਪਿਆਰੇ ਤੋਂ ਬਗੈਰ ਜਿੰਦੇ ਨਹੀਂ ਰਿਹਾ ਜਾ ਸਕਦਾ, ਚਾਹੀਦਾ ਉਹਦੇ ਸਰੀਰ ਤਿਆਗਣ ਤੋਂ ਪਹਿਲਾਂ ਹੀ ਮੈਂ ਆਪਣਾ ਸਰੀਰ ਤਿਆਗ ਦਿੰਦਾ। ਪਰ ਗੁਰੂ ਦਾ ਹੁਕਮ ਮੰਨਣਾ ਜੀ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਸੰਗਤਾਂ ਨੂੰ ਤੁਸਾਂ ਤਾਰਨਾ। ਹੁਣ ਇਹਦੇ ਤੋਂ ਅੱਗੇ ਜਿਹੜੀ ਕਥਾ ਹੈ ਉਹ ਸੰਗਤ ਜੀ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸਭ ਸੰਗਤ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਸ਼੍ਰੀ ਮੁਖ ਤੇ ਇਮ ਬੋਲ ਪ੍ਰਭੂ, ਸਭ ਬੀਚ ਗੁਰੂ ਤਬ ਬੈਠ ਗਏ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਇਹ ਬਚਨ ਉਚਾਰ ਕੇ, ਸ਼ਲੋਕ ਉਚਾਰ ਕੇ ਮਹਾਰਾਜ ਸਾਰੀਆਂ ਸੰਗਤਾਂ ਦੇ ਵਿੱਚ ਆ ਕੇ ਸੱਜ ਗਏ, ਬੈਠ ਗਏ ਸੱਚੇ ਪਾਤਸ਼ਾਹ। ਜੇ ਸਿੱਖ ਹੈ ਸਮੁਦਾਇ ਤਹਾਂ, ਤਿਨ ਦੇ ਦਰਸ਼ਨ ਪ੍ਰਸੰਨ ਕਏ। ਜਿੰਨੀਆਂ ਸੰਗਤਾਂ ਉੱਥੇ ਆਈਆਂ ਸਨ ਨਾ, ਉਹਨਾਂ ਸੰਗਤਾਂ ਨੇ ਆਪਣੇ ਸੱਚੇ ਪਾਤਸ਼ਾਹ ਜੀ ਦੇ ਖੁੱਲ੍ਹੇ ਦਰਸ਼ਨ ਕੀਤੇ ਜੀ। ਦਰਸ਼ਨ ਦੀਦਾਰ ਕਰਕੇ ਸੰਗਤਾਂ ਬੜੀਆਂ ਪ੍ਰਸੰਨ ਹੋਈਆਂ, ਬੜੀਆਂ ਖੁਸ਼ ਹੋਈਆਂ ਜੀ ਵੀ ਅੱਜ ਬੜੇ ਸਮੇਂ ਬਾਅਦ ਸੱਚੇ ਪਾਤਸ਼ਾਹ ਜੀ ਦੇ ਸਾਨੂੰ ਦਰਸ਼ਨ ਹੋਏ ਹੈ। ਹਾਂਜੀ। ਧੀਰਜ ਦੀਨ ਭਜੋ ਸਤਨਾਮ, ਰਹੇ ਤਿਸ ਧਾਮ ਆਹਾਰ ਖਾਏ। ਸੰਗਤਾਂ ਦਾ ਧੀਰਜ ਵੱਜ ਨਹੀਂ ਸੀ ਰਿਹਾ ਜੀ, ਬੈਰਾਗ ਸੀਗਾ। ਪਿਆਰਿਓ ਘਰ ਵਿੱਚੋਂ ਕੋਈ ਵੱਡਾ ਇਸ ਤਰ੍ਹਾਂ ਹੋ ਜੇ, ਅੱਗੋਂ ਪਰਿਵਾਰ ਮਿਲੇ ਨਾ ਤੇ ਕੀ ਹਾਲ ਹੁੰਦਾ ਹੈ। ਮਹਾਰਾਜ ਨੇ ਸੰਗਤਾਂ ਨੂੰ ਧੀਰਜ ਦਿੱਤਾ। ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਜਪੋ, ਜਪੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਬਾਕੀ ਮਹਾਰਾਜ ਫਿਰ ਉਸੇ ਘਰ 'ਚ ਰਹੇ
ਪ੍ਰਸ਼ਾਦਾ ਛਕਿਆ ਸੱਚੇ ਪਾਤਸ਼ਾਹ ਨੇ। ਲੰਮੇ ਸਮੇਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਵਾਹਿਗੁਰੂ ਗੁਰੂ ਅੰਗਦ ਦੇਵ ਜੀ ਨੇ ਪ੍ਰਸ਼ਾਦਾ ਛਕਿਆ। ਦਾਸ ਲਗੇ ਪਗ ਸੇਵਨ ਕੋ ਅਹਮੇਵ ਬਿਨਾ ਗੁਰਦੇਵ ਥੀਏ। ਸਾਰੇ ਸੇਵਕ ਜਿਹੜੇ ਫਿਰ ਉਹਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਏ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ ਹੁਣ ਖੁੱਲੇ ਦਰਸ਼ਨ ਦੇਣਗੇ। ਦਾਸਾਂ ਨੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਚਰਨਾਂ ਦੀ ਸੇਵਾ ਕਰਨ ਲੱਗੇ। ਜੋ ਸਿੱਖ ਸੇਵਕ ਸ਼੍ਰੀ ਗੁਰੂ ਨਾਨਕ ਸੋ ਸੁਨ ਕੈ ਸਭ ਆਵਤ ਹੈ। ਲਓ ਜੀ, ਹੁਣ ਖਬਰਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਸੇ-ਪਾਸੇ ਫੈਲ ਗਈਆਂ। ਗੁਰਤਾ ਗਾਦੀ ਦੇ ਮਾਲਕ ਗੁਰੂ ਅੰਗਦ ਦੇਵ ਜੀ ਖੁੱਲੇ ਦਰਸ਼ਨ ਦੇ ਰਹੇ ਹੈ। ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਨੇ, ਸੇਵਕ ਨੇ, ਉਹ ਭੱਜ ਭੱਜ ਕੇ ਫਿਰ ਸਾਰੇ ਖਡੂਰ ਸਾਹਿਬ ਆਉਣ ਲੱਗੇ। ਗਾਦੀ ਲਈ ਗੁਰ ਤਾ ਗੁਰ ਅੰਗਦ ਸੋਬਿਦ ਤੇ ਸੁਨ ਪਾਵਤ ਹੈ। ਸਾਰੇ ਇਹ ਗੱਲ ਸੁਣ ਕੇ ਖੁਸ਼ ਹੁੰਦੇ ਆ। ਗੁਰਤਾ ਗੱਦੀ ਤੇ ਗੁਰੂ ਅੰਗਦ ਦੇਵ ਮਹਾਰਾਜ ਬੈਠੇ ਆ ਤੇ ਹੁਣ ਦਰਸ਼ਨ ਦੇ ਰਹੇ ਆ ਸੰਗਤਾਂ ਨੂੰ। ਹਾਂਜੀ। ਦੇਖਤ ਜੋਤ ਮਹਾਮੁਖ ਜਾਗਤ ਜਿਉ ਨਟ ਸੰਗ ਬਨਾਵਤ ਹੈ। ਤੇ ਆ ਕੇ ਦਰਸ਼ਨ ਕਰਦੇ ਆ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜਦੋਂ ਪਵਿੱਤਰ ਮੁਖਾਰ ਬਿੰਦ ਦੇ ਦਰਸ਼ਨ ਕਰਦੇ ਆ, ਇੰਜ ਲੱਗਦਾ ਜਿਵੇਂ ਗੁਰੂ ਨਾਨਕ ਸਾਹਿਬ ਦੀ ਜੋਤ ਜਗ ਰਹੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਜਗ ਰਹੀ ਹੈ। ਜਿਵੇਂ ਨਟ ਸਵਾਂਗ ਬਣਾਉਂਦਾ ਹੈ ਨਾ ਸਾਧ ਸੰਗਤ, ਉਸੇ ਤਰ੍ਹਾਂ ਹੋਇਆ ਜੀ। ਰੂਪ ਹੀ ਬਦਲਿਆ ਜੀ, ਖੇਡ ਉਹੀ ਹੈ ਸਾਰੀ। ਹਾਂਜੀ। ਏਕ ਹੀ ਬੇਖ ਅਨੇਕ ਤਰੇ ਸਭ ਲੋਕਨ ਕੋ ਬਿਰਮਾਵਤ ਹੈ। ਲਓ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਗੱਲਬਾਤ ਕਰਨ ਦਾ ਤਰੀਕਾ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੇਖਣ ਦਾ ਤਰੀਕਾ, ਗੁਰੂ ਅੰਗਦ ਸਾਹਿਬ ਜੀ ਦੇ ਮੁਸਕਰਾਉਣ ਦਾ ਤਰੀਕਾ, ਗੁਰੂ ਅੰਗਦ ਦੇਵ ਜੀ ਦੇ ਬੈਠਣ ਦਾ, ਖਲੋਣ ਦਾ, ਸਾਰਿਆਂ ਦਾ, ਹਰ ਗੱਲ ਦਾ ਤਰੀਕਾ ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਮਿਲ ਗਿਆ ਜੀ। ਸਾਰਾ ਕੁਝ ਲੋਕ ਵੇਖ ਵੇਖ ਹੈਰਾਨ ਹੋਣ। ਕਮਾਲ ਹੈ। ਉਹੋ ਹੀ ਰੂਪ ਨੇ ਸੱਚੇ ਪਾਤਸ਼ਾਹ। ਹਾਂਜੀ। ਗੁਰ ਤਾਰਥ ਪੈ ਗੁਰ ਸੂਰਜ ਦੂਸਰ ਮਾਤ ਬਿਤੈ ਤਨ ਰਾਜਤ ਹੈ। ਬਸ ਇਹ ਹੈ ਵੀ ਜਿਵੇਂ ਸੂਰਜ ਇੱਕ ਰਾਸ ਬਦਲ ਕੇ ਦੂਜੀ ਰਾਸ ਵਿੱਚ ਚਲੇ ਜਾਂਦਾ ਹੈ, ਐਵੇਂ ਗੁਰੂ ਨਾਨਕ ਸਾਹਿਬ ਇੱਕ ਸਰੀਰ ਵਿੱਚ ਬਦਲ ਕੇ ਦੂਜੇ ਸਰੀਰ ਵਿੱਚ ਆ ਗਏ ਹੈ। ਮਹਾਰਾਜ ਨੇ ਸਰੀਰ ਹੀ ਬਦਲਿਆ ਹੈ ਗੁਰੂ ਅੰਗਦ ਦੇਵ ਸਾਹਿਬ ਗੁਰੂ ਨਾਨਕ ਸਾਹਿਬ ਹੀ ਹਨ। ਪਿਆਰ ਨਾਲ ਕਹੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਤੇ ਪਿਆਰਿਓ, ਇਸ ਸਮੇਂ ਆਪਾਂ ਜਗ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬੈਠੇ ਆ। ਭੇਦ ਨਾ ਜਾਣਿਓ, ਇਹੋ ਹੀ ਦਸੇ ਪਾਤਸ਼ਾਹੀਆਂ ਹਨ। ਹਾਂਜੀ। ਮੋਹੇ ਅੰਧੇਰ ਕੋ ਦੂਰ ਕਰੈ ਅਗ ਚੋਰ ਸ਼ਿਤਾਬ ਹੀ ਭਾਜਤ ਹੈ। ਹੁਣ ਮਹਾਰਾਜ ਗਰੀਬ ਨਵਾਜ ਫਿਰ ਸਿੱਖਾਂ ਦੇ ਅੰਦਰੋਂ ਮੋਹ ਰੂਪੀ ਹਨੇਰੇ ਨੂੰ ਦੂਰ ਕਰਦੇ ਆ ਤੇ ਪਾਪਾਂ ਰੂਪੀ ਚੋਰ ਜਿਹੜੇ ਆ ਉਹ ਭੱਜਣ ਲੱਗ ਪਏ। ਬ੍ਰਿੰਦ ਖੀਰੇ ਅਰਬਿੰਦ ਮਹਾ ਸਿੱਖ ਪੇਚਕ ਨਿੰਦਕ ਲਾਜਤ ਹੈ। ਤੇ ਸਾਧ ਸੰਗਤ ਜੀ, ਸਿੱਖ ਤੇ ਖਿੜ ਗਏ ਕਮਲ ਫੁੱਲਾਂ ਦੀ ਤਰ੍ਹਾਂ, ਤੇ ਜਿਹੜੇ ਨਿੰਦਕ ਸਨ ਨਾ ਉਹ ਹੁਣ ਸ਼ਰਮਿੰਦੇ ਹੋ ਰਹੇ ਹਨ। ਹੋਤ ਪ੍ਰਕਾਸ਼ ਚਹੂੰ ਦਿਸ਼ ਮੈਂ ਤਿਮ ਗਿਆਨ ਹਿਰਦੈ ਉਪਰਾਜਤ ਹੈ। ਲਓ ਜੀ, ਚਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਸੰਗਤਾਂ ਦੇ ਹਿਰਦੇ ਵਿੱਚ। ਜਿਵੇਂ ਚੱਕਰਵਰਤੀ ਰਾਜਾ ਪਹਿਲੀ ਪੁਸ਼ਾਕ ਬਦਲ ਕੇ ਦੂਜੀ ਪੁਸ਼ਾਕ ਧਾਰਨ ਕਰ ਲੈਂਦਾ ਹੈ, ਆਪਣਾ ਕੱਪੜੇ ਹੀ ਬਦਲਦਾ ਹੈ। ਹੁੰਦਾ ਤੇ ਉਹੋ ਹੀ ਹੈ ਨਾ। ਸਿੱਖ ਕਹਿੰਦੇ ਬਸ ਕੱਪੜੇ ਹੀ ਬਦਲੇ, ਹੈ ਤੇ ਗੁਰੂ ਨਾਨਕ ਸਾਹਿਬ ਹੀ ਨੇ, ਹੈ ਤਾਂ ਗੁਰੂ ਨਾਨਕ ਸਾਹਿਬ ਹੀ। ਹਾਂਜੀ। ਜੋਤ ਤੇ ਜੋਤ ਪ੍ਰਕਾਸ਼ ਰਹੀ ਜਿਮ ਲਾਗੇ ਮਸਾਲ ਤੇ ਦੂਜੀ ਮਸਾਲਾ। ਜਿਵੇਂ ਜੋਤ ਤੋਂ ਜੋਤ ਜਗ ਜਾਂਦੀ ਹੈ ਤੇ ਚਾਨਣ ਹੋ ਜਾਂਦਾ, ਸਗੋਂ ਜ਼ਿਆਦਾ ਚਾਨਣ ਹੋ ਜਾਂਦਾ। ਇੱਕ ਮਸ਼ਾਲ ਤੋਂ ਦੂਜੀ ਮਸ਼ਾਲ ਜਗ ਜਾਂਦੀ ਹੈ। ਹਾਂਜੀ। ਘਾਟ ਨਾ ਬਾੜ ਬਨੇ ਕਬ ਹੂੰ ਜੁਗ ਹੋਏ ਸਮਾਨ ਪ੍ਰਕਾਸ਼ ਬੇਸਾਲਾ। ਫਿਰ ਦੋਵਾਂ ਦਾ ਪ੍ਰਕਾਸ਼ ਬਰਾਬਰ ਹੋ ਜਾਂਦਾ ਜੀ। ਹੁਣ ਇੱਕ ਮਸ਼ਾਲ ਜਗ ਗਈ, ਉਹਦੇ ਤੋਂ ਦੂਜੀ ਜਗ ਗਈ ਹੈ ਥੋੜੀ, ਜਿਹੜੀ ਦੂਜੀ ਜਗੀ ਉਹਦਾ ਘੱਟ ਹੈ ਪ੍ਰਕਾਸ਼,
ਉਹਦੀ ਰੌਸ਼ਨੀ ਘੱਟ ਹੈ, ਨਹੀਂ, ਉਹਦੀ ਰੌਸ਼ਨੀ ਵੀ ਉਹਦੇ ਜਿੰਨੀ ਹੁੰਦੀ ਜੀ। ਇਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਗੁਰੂ ਨਾਨਕ ਸਾਹਿਬ ਹੀ ਹਨ। ਹਾਂਜੀ। ਆਨ ਸੁਨੇ ਉਪਦੇਸ਼ ਕੀਤੇ ਨਰ, ਜਾਗ ਉਠੇ ਜਿਨ ਭਾਗ ਸੋ ਭਾਲਾ। ਸੰਗਤ ਜੀ ਜਿਨ੍ਹਾਂ ਦੇ ਭਾਗ ਜਾਗ ਗਏ, ਉਹ ਫਿਰ ਸੰਗਤਾਂ ਪ੍ਰੇਮੀ ਆ ਕੇ ਮਹਾਰਾਜ ਦੇ ਕੋਲੋਂ ਉਪਦੇਸ਼ ਸੁਣਦੇ। ਇੱਕ ਗੱਲ ਪੱਕਾ ਚੇਤਾ ਰੱਖਿਓ, ਜਿਹਦੇ ਭਾਗ ਨਹੀਂ ਜਾਗੇ ਉਹ ਗੁਰੂ ਦੀ ਕਥਾ ਨਹੀਂ ਸੁਣ ਸਕਦਾ, ਉਹ ਗੁਰੂ ਦੀ ਬਾਣੀ ਨਹੀਂ ਪੜ੍ਹ ਸਕਦਾ, ਉਹ ਗੁਰੂ ਦੇ ਦਰਬਾਰ 'ਚ ਨਹੀਂ ਆ ਸਕਦਾ। ਤੇ ਜਾਗੇ ਹੋਏ ਭਾਗਾਂ ਨੂੰ ਹੋਰ ਜਗਾਉਣਾ ਹੈ ਗੁਰੂ ਦਾ ਜਸ ਪ੍ਰੇਮ ਨਾਲ ਸੁਣ ਕੇ ਜੀ। ਜਿਨ੍ਹਾਂ ਦੇ ਭਾਗ ਜਾਗੇ ਉਹ ਗੁਰੂ ਅੰਗਦ ਦੇਵ ਜੀ ਦੇ ਮੁਖ ਤੋਂ ਆ ਕੇ ਉਪਦੇਸ਼ ਸੁਣਦੇ। ਸ਼੍ਰੀ ਗੁਰੂ ਨਾਨਕ ਕੋ ਨਿਤ ਹੀ ਚਿਤਵੰਤ ਰਹੇ ਬੜ ਰੂਪ ਕਿਰਪਾਲਾ। ਤੇ ਫਿਰ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਦੀਆਂ ਤੇ ਵਿਚਾਰ ਕਰਦੀਆਂ, ਵਾਹ ਵਾਹ, ਇਹ ਤਾਂ ਗੁਰੂ ਨਾਨਕ ਸਾਹਿਬ ਹੀ ਹਨ। ਕਿਉਂ? ਜਿਨ੍ਹਾਂ ਨੇ ਪਹਿਲੇ ਸਤਿਗੁਰਾਂ ਦੇ ਦਰਸ਼ਨ ਕੀਤੇ ਸਨ, ਉਹਨਾਂ ਨੂੰ ਦੂਜੇ ਰੂਪ ਦੇ ਜਦੋਂ ਦਰਸ਼ਨ ਹੋਏ, ਉਹਨਾਂ ਕਿਹਾ ਨਹੀਂ, ਇਹ ਤਾਂ ਉਹੋ ਹੀ ਰੂਪ ਨੇ, ਫਰਕ ਹੀ ਕੋਈ ਨਹੀਂ ਹੈਗਾ। ਹਾਂਜੀ। ਚੌਪਈ ਬੁੱਢੇ ਸੋ ਗੋਸ਼ਟ ਨਿਤ ਠਾਨੈ। ਮਹਾਰਾਜ ਗਰੀਬ ਨਵਾਜ ਫਿਰ ਬਾਬਾ ਬੁੱਢਾ ਜੀ ਦੇ ਨਾਲ ਬਚਨ ਬਿਲਾਸ ਕਰਦੇ ਜੀ, ਬਾਬਾ ਬੁੱਢਾ ਜੀ ਦੇ ਨਾਲ ਜੀ। ਹਾਂਜੀ। ਸ਼੍ਰੀ ਸਤਿਗੁਰ ਕੇ ਚਲਤ ਮਹਾਨੈ। ਮਹਾਰਾਜ ਕਹਿਣ ਲੱਗੇ, ਬਾਬਾ ਜੀ ਮੇਰੇ ਗੁਰੂ ਨਾਨਕ ਸਾਹਿਬ ਜੀ ਦੇ ਬੜੇ ਅਚਰਜ ਕੌਤਕ ਸਨ। ਹਾਂਜੀ। ਜਨਮ ਆਦ ਅਬ ਲਗ ਜੋ ਜਾਣੈ। ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਸੁਣਨੀ ਚਾਹੁੰਦਾ। ਵੇਖ ਲਓ, ਭਾਗਾਂ ਦੀ ਗੱਲ ਹੈ ਨਾ, ਖੁਦ ਗੁਰੂ ਸਾਹਿਬ ਵੀ ਕਥਾ ਸੁਣ ਰਹੇ ਸਤਿਗੁਰੂ ਦੀ। ਸੰਗਤ ਜੀ ਇੱਥੋਂ ਅੰਦਾਜ਼ਾ ਲਾਓ ਸਤਿਗੁਰੂ ਦੀ ਕਥਾ ਕਿੰਨੀ ਮਹਾਨ ਹੈ। ਕਹਿਣ ਲੱਗੇ, ਕੋਈ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦੀ, ਮਹਾਰਾਜ ਜੀ ਦੇ ਸ਼ੁਰੂ ਤੋਂ ਲੈ ਕੇ ਸਾਰੀ ਕਥਾ ਸੋ ਸਭ ਰੀਤੀ ਭਲਾ ਬਖਾਨੈ। ਕੋਈ ਚੰਗੀ ਤਰ੍ਹਾਂ ਬਿਆਨ ਕਰੇ, ਬੜੇ ਵਧੀਆ ਤਰੀਕੇ ਨਾਲ ਮਹਾਰਾਜ ਦੀ ਸਾਰੀ ਕਥਾ ਸੁਣਾਵੇ। ਤਬ ਬੁੱਢਾ ਬੋਲਿਓ ਸੁਖ ਪਾਏ। ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਸੰਗਤ ਜੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਕਹਿਣ ਲੱਗੇ, ਐਸੋ ਏਕ ਪੁਰਖ ਲਖ ਜਾਏ। ਮਹਾਰਾਜ ਇੱਕ ਪੁਰਸ਼ ਹੈ, ਇੱਕ ਪੁਰਸ਼ ਹੈ ਜਿਹੜਾ ਐਸਾ ਹੈ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਰਾ ਕੁਝ ਹੀ ਪਤਾ। ਹਾਂਜੀ। ਬਾਲਾ ਜਾਟ ਵਸੈ ਤਲਵੰਡੀ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਪੁੱਛਦੇ ਵੀ ਉਹ ਕੌਣ ਹੈ? ਤੇ ਕਹਿਣ ਲੱਗੇ, ਮਹਾਰਾਜ ਉਹ ਭਾਈ ਬਾਲਾ ਜੀ ਨੇ। ਬਾਲਾ ਜੀ ਨੇ ਕਿਸਾਨ ਨੇ ਤੇ ਤਲਵੰਡੀ ਵਿੱਚ ਰਹਿੰਦੇ ਆ। ਪਿਆਰਿਓ, ਭਾਈ ਬਾਲਾ ਜੀ ਵੀ ਛੋਟੀ ਹਸਤੀ ਨਹੀਂ ਸੀਗੇ। ਹਾਂਜੀ। ਤਿੰਨ ਬਿਲਾਸ ਦੇਖਿਓ ਨਵਖੰਡੀ। ਉਹ ਮਹਾਰਾਜ ਨਾਲ 9 ਖੰਡਾਂ ਵਿੱਚ ਹੀ ਗਏ ਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿੱਧਰ ਜਿੱਧਰ ਗੁਰੂ ਨਾਨਕ ਸਾਹਿਬ ਗਏ, ਉਧਰ ਉਧਰ ਭਾਈ ਬਾਲਾ ਜੀ ਨਾਲ ਗਏ। ਮਹਾਰਾਜ ਕਿਰਪਾ ਕਰਨ ਭਾਈ ਬਾਲਾ ਜੀ ਤੇ ਵੀ ਸਾਨੂੰ ਸ਼ਰਧਾ ਬੱਜੇ ਜੀ। ਕਈ ਤੇ ਊਲ ਜਲੂਲ ਬੋਲਦੇ ਜੀ। ਬਾਬਾ ਜੀ ਕਹਿਣ ਲੱਗੇ, ਮਹਾਰਾਜ ਉਹ 9 ਖੰਡਾਂ ਵਿੱਚ ਮਹਾਰਾਜ ਦੇ ਨਾਲ ਗਏ। ਰਹਿਓ ਸੰਗ ਸਤਿਗੁਰ ਕੇ ਸਦਾ। ਉਹ ਸਦਾ ਹੀ ਮਹਾਰਾਜ ਦੇ ਨਾਲ ਰਹੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ। ਹਾਂਜੀ। ਸੋ ਤੁਮ ਦਰਸ ਆਏ ਹੈ ਜਦਾ। ਤੇ ਮਹਾਰਾਜ ਉਹ ਜਦ ਤੁਹਾਡੇ ਦਰਸ਼ਨਾਂ ਨੂੰ ਇੱਥੇ ਆਉਣਗੇ, ਹਾਂਜੀ, ਤਿਸ ਤੇ ਸੁਨੋ ਸਕਲ ਬਿਰਤੰਤਾ। ਤੇ ਮਹਾਰਾਜ ਫਿਰ ਉਹਨਾਂ ਕੋਲੋਂ ਸਾਰੀ ਕਥਾ ਸੁਣਾਂਗੇ। ਮਹਾਰਾਜ ਆਉਣਾ ਉਹਨਾਂ ਨੇ ਹੈ ਤੁਹਾਡੇ ਦਰਸ਼ਨ ਕਰਨ। ਜਦੋਂ ਆਉਣਗੇ ਉਹਨਾਂ ਪਾਸੋਂ ਆਪ ਜੀ ਕਥਾ ਸੁਣਿਓ। ਜਥਾ ਚਰਿਤ੍ਰ ਕੀਨ ਭਗਵੰਤਾ। ਜਿਵੇਂ ਮੇਰੇ ਪ੍ਰਭੂ ਮੇਰੇ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਵਿੱਚ ਵਿਚਰਦੇ ਰਹੇ, ਉਹ ਸਾਰੀ ਕਥਾ ਆਪਾਂ ਸੁਣਾਂਗੇ। ਏਵ ਵਿਚਾਰਤ ਬਾਲਾ ਆਇਓ। ਅਜੇ ਵਿਚਾਰਾਂ ਹੀ ਹੋ ਰਹੀਆਂ ਸਨ ਤੇ ਪਿਆਰਿਓ ਭਾਈ ਬਾਲਾ ਜੀ ਆ ਗਏ ਜੀ। ਜਦੋਂ ਭਾਈ ਬਾਲਾ ਜੀ ਨੂੰ ਪਤਾ ਲੱਗਾ, ਭਾਈ ਬਾਲਾ ਜੀ ਪੱਗ ਲੈ ਕੇ ਆਏ ਗੁਰੂ ਅੰਗਦ ਸਾਹਿਬ ਜੀ ਵਾਸਤੇ, ਦਸਤਾਰਾ ਲੈ ਕੇ ਆਏ ਜੀ। ਕਿਉਂ? ਉਹ ਜਿੱਥੇ ਗੁਰੂ ਨਾਨਕ ਸਾਹਿਬ ਦੇ ਸਿੱਖ ਸਨ, ਉੱਥੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਆਪਣਾ ਭਰਾ ਵੀ ਕਿਹਾ ਜੀ। ਹਾਂਜੀ। ਗੁਰ ਪ੍ਰਸੰਗ ਤਿਨ ਸਕਲ ਸੁਨਾਇਓ। ਮਹਾਰਾਜ ਗਰੀਬ ਨਵਾਜ ਜੀ ਨੇ ਫਿਰ ਆਖਿਆ,
ਮਹਾਰਾਜ ਕਹਿਣ ਲੱਗੇ, ਭਾਈ ਬਾਲਾ ਜੀ ਤੁਸੀਂ ਮਹਾਰਾਜ ਦੀ ਕਥਾ ਸੁਣਾਓ ਸਾਨੂੰ। ਭਾਈ ਬਾਲਾ ਜੀ ਦਰਸ਼ਨ ਕਰਕੇ ਨਿਹਾਲ ਹੋ ਗਏ। ਫਿਰ ਭਾਈ ਬਾਲਾ ਜੀ ਨੇ ਸਾਰੀ ਕਥਾ ਸੁਣਾਈ ਸੱਚੇ ਪਾਤਸ਼ਾਹ ਜੀ ਨੂੰ। ਸੋ ਹਮ ਪੂਰਬ ਹੀ ਕਹਿ ਆਏ। ਕਵੀ ਸੰਤੋਖ ਸਿੰਘ ਕਹਿੰਦੇ, ਸੰਗਤ ਜੀਓ ਮੈਂ ਪਹਿਲਾਂ ਕਹਿ ਆਇਆ ਸਾਰੀ ਕਥਾ। ਹਾਂਜੀ, ਛੰਦ ਚੌਪਈ ਬੰਦ ਬਣਾਏ। ਛੰਦਾਂ ਵਿੱਚ, ਚੌਪਈਆਂ ਵਿੱਚ, ਕਵਿਤਾਂ ਦੇ ਵਿੱਚ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਉਹ ਮੈਂ ਕਥਾ ਜਿਹੜੀ ਹੈ ਉਹ ਕਹਿ ਆਇਆ, ਜਿਹੜੀ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੁਣਾਈ ਸੀ। ਸ਼੍ਰੀ ਬਾਬਾ ਨਾਨਕ ਜੀ ਜੈਸੇ ਕਰੇ ਪ੍ਰਸੰਗ ਸੁਨੇ ਸਭ ਤੈਸੇ। ਬਸ ਫਿਰ ਮਹਾਰਾਜ ਨੇ ਸਭ ਤੋਂ ਪਹਿਲਾਂ ਕਥਾ ਸੁਣੀ ਜੀ ਗੁਰਤਾ ਗੱਦੀ ਤੇ ਬੈਠਣ ਤੋਂ ਬਾਅਦ। ਤੇ ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਵਿਚਰੇ, ਜਿਵੇਂ ਜਿਵੇਂ ਭਲਾ ਕੀਤਾ, ਉਹ ਗੁਰੂ ਅੰਗਦ ਦੇਵ ਜੀ ਨੇ ਸਭ ਕੁਝ ਆਪਣੇ ਕੰਨਾਂ ਰਾਹੀਂ ਸਰਵਣ ਕੀਤਾ ਜੀ। ਹਾਂਜੀ, ਨਿਸ ਦਿਨ ਪ੍ਰੇਮ ਲਗਿਓ ਤਿਨ ਕੇਰਾ। ਬਸ ਫਿਰ ਕੀ ਸੀ, ਮਹਾਰਾਜ ਦਾ ਦਿਨ ਰਾਤ ਹੀ ਪਿਆਰ ਪੈ ਗਿਆ ਜੀ। ਕਥਾ ਤੇ ਸੁਣੀ ਗੁਰੂ ਅੰਗਦ ਦੇਵ ਜੀ ਨੇ ਤੇ ਸੁਣਾਈ ਭਾਈ ਬਾਲਾ ਜੀ ਨੇ। ਸੱਚ ਤੇ ਅੱਜ ਨਾ ਕੋਈ ਭਾਈ ਬਾਲਾ ਜੀ ਬਣ ਸਕਦਾ ਤੇ ਨਾ ਗੁਰੂ ਅੰਗਦ ਸਾਹਿਬ ਹੀ ਬਣ ਸਕਦਾ ਜੀ। ਪਤਾ ਕਿਉਂ? ਭਾਈ ਬਾਲਾ ਜੀ ਨੇ ਜਦੋਂ ਕਥਾ ਸੁਣਾਉਣੀ, ਗੁਰੂ ਅੰਗਦ ਦੇਵ ਜੀ ਦੀ ਸੁਣ ਕੇ ਸਮਾਧੀ ਲੱਗ ਜਾਣੀ ਜੀ। ਕਈ ਵਾਰੀ 2-2 ਦਿਨ ਨੇਤਰ ਨਾ ਖੋਲਣੇ, ਫਿਰ ਨੇਤਰ ਖੋਲਣੇ ਤੇ ਭਾਈ ਬਾਲਾ ਜੀ ਨੂੰ ਕਹਿਣਾ ਇੱਥੋਂ ਹੀ ਕਥਾ ਫਿਰ ਅੱਗੇ ਸ਼ੁਰੂ ਕਰ ਦਿਓ। ਫਿਰ ਸਰੋਤਿਆਂ ਨੇ ਆਉਣਾ, ਫਿਰ ਕਥਾ ਹੋਣੀ। ਤੇ ਜਿਸ ਦਿਨ ਸਾਰੀ ਕਥਾ ਸੁਣਾ ਦਿੱਤੀ, ਗੁਰੂ ਅੰਗਦ ਦੇਵ ਮਹਾਰਾਜ ਨੇ ਕਿਹਾ, ਬਾਲੇ ਤੂੰ ਮੇਰੇ ਤੇ ਬੜਾ ਵੱਡਾ ਪਰਉਪਕਾਰ ਕੀਤਾ ਹੈ। ਭਾਈ ਬਾਲਾ ਜੀ ਤੁਸੀਂ ਤਾਂ ਮੇਰੇ ਲਈ ਗੁਰੂ ਨਾਨਕ ਹੀ ਹੋ। ਕਹਿਣ ਲੱਗੇ, ਮੈਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਏ ਆ, ਮੈਨੂੰ ਮਹਾਰਾਜ ਦੀ ਕਥਾ ਸੁਣਾਈ ਹੈ। ਭਾਈ ਬਾਲਾ ਤੁਸੀਂ ਮੇਰੇ ਤੇ ਬੜਾ ਵੱਡਾ ਪਰਉਪਕਾਰ ਕੀਤਾ ਜੇ। ਕਥਾ ਸੁਣਾਉਣ ਵਾਲੇ ਹੋਣ ਭਾਈ ਬਾਲਾ ਜੀ ਤੇ ਸੁਣਨ ਵਾਲੇ ਹੋਣ ਗੁਰੂ ਅੰਗਦ ਦੇਵ ਸਾਹਿਬ, ਤੇ ਰਸ ਕਿਉਂ ਨਹੀਂ ਵੱਜਦਾ? ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਸ ਪਿਆਰੇ ਦੀਆਂ ਗੱਲਾਂ ਜਦੋਂ ਸੁਣੀਆਂ ਤੇ ਬਿਸਮਾਦ ਚ ਚਲੇ ਜਾਂਦੇ ਸਨ। ਤੇ ਸੱਚ ਪੁੱਛੋ ਤੇ ਕਥਾ ਦੀ ਫਿਰ ਅਸਲ ਜਿਹੜੀ ਭੇਟਾ ਹੈ ਨਾ, ਉਹ ਗੁਰੂ ਅੰਗਦ ਦੇਵ ਜੀ ਨੇ ਦਿੱਤੀ। ਭਾਈ ਬਾਲੇ ਤੇਰਾ ਭਲਾ ਹੋਵੇ। ਕਥਾ ਸੁਣ ਕੇ ਆਖਿਆ, ਇੰਨਾ ਪਿਆਰ ਕੀਤਾ ਗੁਰੂ ਅੰਗਦ ਦੇਵ ਮਹਾਰਾਜ ਨੇ ਭਾਈ ਬਾਲਾ ਜੀ ਨੂੰ। ਸੰਗਤ ਜੀ, ਧੰਨ ਭਾਈ ਬਾਲਾ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਵੀ ਮਹਾਰਾਜ ਨੇ ਆਪਣੇ ਹੱਥੀਂ ਕੀਤਾ ਜੀ। ਇਹ ਅਸਲ ਭੇਟਾ ਜੇ, ਅਸਲ ਭੇਟਾ। ਹਾਂਜੀ, ਨਿਸ ਦਿਨ ਪ੍ਰੇਮ ਲਗਿਓ ਤਿਨ ਕੇਰਾ। ਬਸ ਕਥਾ ਸੁਣ ਕੇ ਦਿਨ ਰਾਤ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮਨ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪਿਆਰ ਪੈਦਾ ਹੋਇਆ ਜੀ। ਸਿਮਰਹਿ ਸਤਿਗੁਰ ਸੰਝ ਸਵੇਰਾ। ਸਵੇਰ ਹੋਵੇ ਸ਼ਾਮ ਹੋਵੇ, ਗੁਰੂ ਅੰਗਦ ਸਾਹਿਬ ਜੀ ਤੇ ਹਿਰਦੇ ਤੋਂ ਗੁਰੂ ਨਾਨਕ ਸਾਹਿਬ ਨਹੀਂ ਸੀ ਜਾਂਦੇ। ਹਾਂਜੀ, ਸੁਣੀ ਜਨਮ ਸਾਖੀ ਗੁਰ ਸਾਰੀ। ਸਤਿਗੁਰਾਂ ਦੀ ਸਾਰੀ ਜਨਮ ਸਾਖੀ ਸੁਣੀ, ਤੁਸੀਂ ਵੀ ਸੁਣੀ। ਕਿਵੇਂ ਮਾਂ ਤ੍ਰਿਪਤਾ ਨੇ ਸਾਧ ਸੰਗਤ ਜੀ ਮਹਾਰਾਜ ਜੀ ਨੂੰ ਖਿਡਾਇਆ, ਕਿਵੇਂ ਸਤਿਗੁਰਾਂ ਦਾ ਆਗਮਨ ਹੋਇਆ, ਕਿਵੇਂ ਤੁਲਸਾ ਦਾਸੀ ਨੇ ਸੇਵਾ ਕੀਤੀ, ਕਿਵੇਂ ਭੈਣ ਬੇਬੇ ਨਾਨਕੀ ਜੀ ਨੇ ਮੇਰੇ ਸਤਿਗੁਰਾਂ ਦੀ ਸੇਵਾ ਕੀਤੀ। ਸਾਰੀ ਕਥਾ ਜਨਮ ਸਾਖੀ ਸਤਿਗੁਰਾਂ ਨੇ ਸਰਵਣ ਕੀਤੀ। ਕੁਛ ਬਿਰਾਗ ਤੇ ਧੀਰਜ ਧਾਰੀ। ਉਹ ਜਿਹੜਾ ਅੰਦਰ ਬਿਰਾਗ ਵੱਜਾ ਸੀ ਨਾ, ਉਹਨੂੰ ਫਿਰ ਧੀਰਜ ਮਿਲਿਆ ਕਥਾ ਸੁਣ ਕੇ ਜੀ। ਹਾਂਜੀ, ਨਿਜ ਸਿੱਖਨ ਕੇ ਭਾਗ ਬਿਸਾਲਾ। ਹਾਂਜੀ, ਸੇਵਹਿ ਬਾਣੀ ਸੁਨੈ ਰਸਾਲਾ। ਤੇ ਨਿਜ ਸਿੱਖਨ ਕੇ ਭਾਗ ਅਸਲ ਵਿੱਚ ਪਾਠ ਇੱਥੇ ਜਿੰਨ ਆਉਣਾ ਸੀਗਾ। ਜਿਨ੍ਹਾਂ ਸਿੱਖਾਂ ਦੇ ਭਾਗ ਜਾਗੇ ਸਨ ਨਾ, ਉਹ ਫਿਰ ਮਹਾਰਾਜ ਜੀ ਦੀ ਬਾਣੀ ਸੁਣਦੇ ਰਹੇ, ਕਥਾ ਸੁਣਦੇ ਰਹੇ, ਮਹਾਰਾਜ ਗਰੀਬ ਨਵਾਜ ਜੀ ਦੀਆਂ ਖੁਸ਼ੀਆਂ ਲੈਂਦੇ ਰਹੇ। ਹਾਂਜੀ, ਤਉ ਗੁਰੂ ਅੰਗਦ ਇਸ ਰੀਤਾ।
ਬੋਲਹਿ ਅਲਪ ਨਾ ਠਾਨਹਿ ਪ੍ਰੀਤਾ। ਜੋ ਜੋ ਕਥਾ ਮਹਾਰਾਜ ਨੇ ਸੁਣੀ ਉਹਨੂੰ ਹਿਰਦੇ 'ਚ ਧਾਰਨ ਕੀਤਾ। ਹੁਣ ਵੇਖੋ, ਸਿੱਖਾਂ ਨੇ ਕਥਾ ਸੁਣਨੀ, ਸਿੱਖਾਂ ਵਾਲੇ ਗੁਣ ਲੈਣੇ ਜੀ। ਗੁਰੂ ਅੰਗਦ ਦੇਵ ਜੀ ਨੇ ਕਥਾ ਸੁਣੀ, ਗੁਰੂ ਨਾਨਕ ਸਾਹਿਬ ਦੇ ਗੁਣ ਲਏ ਜੀ। ਹੁਣ ਮਹਾਰਾਜ ਘੱਟ ਗੱਲ ਕਰਦੇ ਆ, ਕਿਸੇ ਹੋਰ ਪਾਸੇ ਪ੍ਰੇਮ ਨਹੀਂ ਲਾਉਂਦੇ। ਹਾਂਜੀ। ਬਾਲਕ ਦਸ਼ਾ ਬਿਖੈ ਨਿਤ ਰਹੈ, ਹਰਖ ਸ਼ੋਗ ਜਿਨ ਲੇਸ਼ ਨਾ ਆਹੈ। ਤੇ ਮਹਾਰਾਜ ਫਿਰ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਰਹਿੰਦੇ ਆ। ਖੁਸ਼ੀ ਗਮੀ ਕੋਈ ਮਹਾਰਾਜ ਉੱਤੇ ਅਸਰ ਨਹੀਂ ਕਰਦੀ ਜੀ। ਹਾਂਜੀ। ਦੋਹਰਾ ਨਿਤਾ ਪ੍ਰਤ ਸ਼੍ਰੀ ਸਤਿਗੁਰੂ, ਇਸ ਬਿਦ ਕਰਤ ਉਚਾਰ। ਸੁਨਤ ਉਚਾਰਤ ਸਿੱਖ ਕੋ, ਭੌਜਲ ਕਰ ਹੈ ਪਾਰ। ਹੁਣ ਅੱਗੋਂ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਹਰ ਰੋਜ਼ ਕੀ ਕਰਦੇ ਆ? ਨਿਤਾ ਪ੍ਰਤ ਮਹਾਰਾਜ ਕੀ ਕਰਦੇ ਆ? ਕਵੀ ਜੀ ਕਹਿੰਦੇ ਮੈਂ ਉਹ ਲਿਖਣ ਲੱਗਾ, ਸਿੱਖ ਸੁਣਨਗੇ ਭਵ ਸਾਗਰ ਤੋਂ ਪਾਰ ਹੋਣਗੇ। ਹਾਂਜੀ। ਚੌਪਈ ਜਾਮ ਜਾਮਨੀ ਜਰਾਗਨ ਹੋਏ। ਰਾਤ ਪਹਿਰ ਰਹਿੰਦਿਆਂ ਸੰਗਤ ਜੀ, ਇੱਕ ਪਹਿਰ ਰਾਤ ਰਹਿੰਦਿਆਂ ਮਹਾਰਾਜ ਗਰੀਬ ਨਵਾਜ ਆਪਣੇ ਪਵਿੱਤਰ ਨੇਤਰ ਖੋਲ੍ਹਦੇ ਆ। ਹਾਂਜੀ। ਸਹਿਜਾ ਤਜਹਿ ਸੈਨ ਕੀ ਜੋਏ। ਉਹ ਜਿਹੜਾ ਆਰਾਮ ਵਾਲਾ ਆਸਣ ਹੈ, ਮਹਾਰਾਜ ਇੱਕ ਪੈਰ ਰਾਤ ਰਹਿੰਦਿਆਂ ਉੱਠ ਜਾਂਦੇ, ਭਾਵ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਗਰੀਬ ਨਵਾਜ ਜਾਗ ਜਾਂਦੇ ਆ। ਹਾਂਜੀ। ਕਰਹਿ ਸੌਚ ਪੁਨ ਧੋਵੈ ਪਾਵਨ। ਫਿਰ ਮਹਾਰਾਜ ਗਰੀਬ ਨਵਾਜ ਮੁਖ ਪਵਿੱਤਰ ਕਰਕੇ ਹੱਥ ਪੈਰ ਧੋਂਦੇ ਆ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ। ਹਾਂਜੀ। ਪਾਵਨ ਹੋਣ ਕਰਹਿ ਰਦ ਧਾਵਨ। ਤੇ ਵੇਖੋ ਕਵੀ ਜੀ ਤੇ ਦਰਸ਼ਨ ਹੀ ਕਰਾਈ ਜਾਂਦੇ ਮਹਾਰਾਜ ਦੇ। ਕਹਿੰਦੇ ਹੱਥ ਪੈਰ ਧੋ ਕੇ ਤੇ ਹੱਥਾਂ ਨੂੰ ਚਰਨਾਂ ਨੂੰ ਧੋ ਕੇ ਮਹਾਰਾਜ ਆਪਣੇ ਪਵਿੱਤਰ ਮੁਖ ਤੇ ਦਾਤਣ ਕਰਦੇ ਹੈ। ਦਾਤਣ ਕਰਦੇ, ਦੰਦਾਂ ਨੂੰ ਸਾਫ਼ ਕਰਦੇ, ਸਾਰੀ ਸਰੀਰ ਦੀ ਕਿਰਿਆ। ਵੇਖ ਲਓ, ਸਰੀਰ ਦੀ ਕਿਰਿਆ ਵੀ ਪੂਰੀ ਰੱਖਣੀ ਹੈ। ਜੇ ਸਤਿਗੁਰਾਂ ਨੇ ਰੱਖੀ ਹੈ ਤਾਂ ਸਿੱਖ ਕਿਉਂ ਨਾ ਰੱਖਣਗੇ। ਹਾਂਜੀ। ਬਾਹਰ ਬਦਨ ਅਰਬਿੰਦ ਪਖਾਰੈ। ਫਿਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਆਪਣਾ ਪਵਿੱਤਰ ਮੁਖੜਾ ਧੋਂਦੇ ਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਆਪਣਾ ਮੁਖੜਾ ਚੰਗੀ ਤਰ੍ਹਾਂ ਧੋਂਦੇ ਆ। ਹਾਂਜੀ। ਸੀਤਲ ਨੀਰ ਇਸ਼ਨਾਨ ਸੁਧਾਰੈ। ਤੇ ਠੰਡ ਹੋਵੇ ਤੇ ਹੋਵੇ ਭਾਵੇਂ ਗਰਮੀ, ਮਹਾਰਾਜ ਠੰਡੇ ਜਲ ਨਾਲ ਇਸ਼ਨਾਨ ਕਰਦੇ ਆ ਜੀ। ਠੰਡੇ ਜਲ ਦੇ ਨਾਲ। ਇਸ ਕਾਰਜ ਵਿੱਚ ਕਾਹਲ ਕੋਈ ਨਹੀਂ, ਬੜੇ ਪ੍ਰੇਮ ਨਾਲ ਸਾਰਾ ਕਾਰਜ ਕਰਦੇ ਮਹਾਰਾਜ। ਤੇ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ ਸੱਚੇ ਪਾਤਸ਼ਾਹ। ਹਾਂਜੀ। ਨਿਜ ਆਨੰਦ ਮੈਂ ਨਿਸ਼ਚਲ ਹੋਏ। ਹਾਂਜੀ। ਲਗ ਸਮਾਧ ਨਿਰਵਿਲ ਕਪ ਸੋਏ। ਤੇ ਸੁੱਚੇ ਬਸਤਰ ਧਾਰਨ ਕਰਕੇ ਮਹਾਰਾਜ ਫਿਰ ਚੌਂਕੜਾ ਮਾਰ ਲੈਂਦੇ ਜੀ। ਚੌਂਕੜਾ ਮਾਰ ਕੇ ਨਿਰਵਿਕਲਪ ਸਮਾਧੀ ਵਿੱਚ ਮਹਾਰਾਜ ਆਨੰਦਿਤ ਹੋ ਜਾਂਦੇ ਆ। ਭਾਵ ਸਮਾਧੀ ਲੱਗ ਜਾਂਦੀ ਸੱਚੇ ਪਾਤਸ਼ਾਹ ਜੀ ਦੀ, ਪਰਮੇਸ਼ਰ ਜੀ ਦੇ ਵਿੱਚ। ਹਾਂਜੀ। ਭਾਈ ਪ੍ਰਹਾਤ ਸੂਰਜ ਜਬ ਨਿਕਸੈ। ਤੇ ਭਾਈ ਭਰਾਤ ਸੂਰਜ ਜਬ ਨਿਕਸੈ। ਜਿੰਨਾ ਚਿਰ ਤੱਕ ਸੂਰਜ ਨਹੀਂ ਚੜ੍ਹਦੀ ਸੀ ਨਾ ਜਾਂਦਾ, ਉਹਨਾਂ ਚਿਰ ਤੱਕ ਨੇਤਰ ਬੰਦ ਹੀ ਰਹਿੰਦੇ ਸਨ ਜੀ। ਮਹਾਰਾਜ ਨੇ ਟਿਕੇ ਰਹਿਣਾ ਸੱਚੇ ਪਾਤਸ਼ਾਹ ਜੀ ਨੇ। ਹਾਂਜੀ। ਕਮਲ ਬਿਲੋਚਨ ਸੁੰਦਰ ਬਿਕਸੈ। ਜਦੋਂ ਸੂਰਜ ਨਿਕਲਦਾ ਤੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਫਿਰ ਹੌਲੀ ਜੀ ਆਪਣੇ ਨੇਤਰ ਖੋਲ੍ਹਦੇ ਮਹਾਰਾਜ ਸੱਚੇ ਪਾਤਸ਼ਾਹ। ਹਾਂਜੀ। ਪ੍ਰਥਮ ਦ੍ਰਿਸ਼ਟ ਜਿਸ ਪਰ ਤਬ ਪਰੈ। ਤੇ ਸਭ ਤੋਂ ਪਹਿਲੀ ਦ੍ਰਿਸ਼ਟੀ ਜਿਸ ਉੱਤੇ ਮਹਾਰਾਜ ਦੀ ਪੈ ਜਾਂਦੀ ਸੀ, ਜਦੋਂ ਮਹਾਰਾਜ ਨੇ ਅੰਮ੍ਰਿਤ ਵੇਲੇ ਭਜਨ ਵਿੱਚੋਂ ਉੱਠਣਾ ਤੇ ਨੇਤਰ ਖੋਲ੍ਹਣੇ, ਜਾਂ ਫਿਰ ਸਭ ਤੋਂ ਪਹਿਲਾਂ ਜਿਹੜਾ ਬੰਦਾ ਅੱਗੇ ਆ ਜਾਂਦਾ ਸੀ, ਮਤਲਬ ਜਿਹਦੇ ਉੱਪਰ ਮਹਾਰਾਜ ਨੇ ਸਭ ਤੋਂ ਪਹਿਲਾਂ ਦ੍ਰਿਸ਼ਟੀ ਪਾਉਣੀ। ਰੋਗੀ ਰੋਗ ਦੁਖੀ ਦੁਖ ਹਰੈ। ਵਾਹਿਗੁਰੂ। ਗੱਜ ਕੇ ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਪਿਆਰਿਓ, ਜਿਸ ਉੱਤੇ ਪਹਿਲੀ ਦ੍ਰਿਸ਼ਟੀ ਪੈਣੀ, ਭਾਵੇਂ ਉਹ ਕਿੰਨਾ ਵੀ ਵੱਡਾ ਰੋਗੀ ਕਿਉਂ ਨਾ ਹੋਵੇ, ਉਹਦਾ ਰੋਗ ਦੂਰ ਹੋ ਜਾਂਦਾ ਸੀਗਾ।
ਤੇ ਭਾਵੇਂ ਕੋਈ ਦੁਖੀ ਹੁੰਦਾ ਸੀ ਨਾ, ਉਸ ਦੁਖੀ ਦਾ ਦੁੱਖ ਦੂਰ ਹੋ ਜਾਂਦਾ ਸੀਗਾ। ਇੱਕ ਗੱਲ ਚੇਤਾ ਰੱਖਿਓ, ਲੋਕ ਬੜੇ ਬੜੇ ਦੁਖੀ ਤੇ ਸੰਸਾਰ ਵਿੱਚ, ਜਦੋਂ ਦੁੱਖ ਸੁਣਨ ਲੱਗੀਏ ਤੇ ਮਨ ਹੈਰਾਨ ਹੋ ਜਾਂਦਾ ਜੀ, ਹੈਰਾਨ ਹੋ ਜਾਂਦਾ ਜੀ। ਮੇਰੇ ਕੋਲ ਇੱਕ ਬਜ਼ੁਰਗ ਬੈਠਾ ਰੋਵੇ ਜੀ, ਰੋਵੇ, ਆਪਣੇ ਪਰਿਵਾਰ ਦਾ ਦੁੱਖ ਦੱਸ ਕੇ ਨਾ ਉਹ ਰੋਵੇ ਜੀ। ਜਿਸ ਉੱਤੇ ਮਹਾਰਾਜ ਦ੍ਰਿਸ਼ਟੀ ਪਾ ਦਿੰਦੇ ਜੀ, ਉਹਦੇ ਰੋਗ ਵੀ ਦੂਰ ਤੇ ਉਹਦੇ ਦੁੱਖ ਵੀ ਦੂਰ, ਭਾਵੇਂ ਕਿੱਡਾ ਵੀ ਵੱਡਾ ਦੁਖੀ ਕਿਉਂ ਨਾ ਹੋਵੇ ਜੀ। ਅਮੈ ਦ੍ਰਿਸ਼ਟ ਸ਼ੁਭ ਕਰੈ। ਹਾਂਜੀ, ਆਧ ਵਿਆਧ ਬਾਧਾ ਜੋ ਪਾਵੈ। ਕਹਿੰਦੇ ਭਾਵੇਂ ਕਿਸੇ ਨੂੰ ਆਦ ਰੋਗ ਹੋਵੇ, ਵਿਆਧ ਰੋਗ ਹੋਵੇ ਤੇ ਉਪਾਦ ਹੋਵੇ। ਸੰਗਤ ਜੀ, ਇਹ ਤਿੰਨ ਤਰ੍ਹਾਂ ਦੇ ਰੋਗ ਨੇ, ਆਦ ਵਿਆਧ ਉਪਾਦ, ਮਨ ਦੇ, ਸਰੀਰ ਦੇ ਤੇ ਭਰਮ ਭੁਲੇਖੇ। ਹਾਂਜੀ, ਜਾਨ ਸਮੋ ਅੱਗੇ ਚਲ ਆਵੈ। ਉਹਨੂੰ ਪਤਾ ਲੱਗ, ਉਹਨੂੰ ਸੰਗਤਾਂ ਨੂੰ ਪਤਾ ਸੀ ਵੀ ਹੁਣ ਮਹਾਰਾਜ ਨੇ ਬਾਹਰ ਆਉਣਾ ਜੀ। ਤੇ ਉਸ ਸਮੇਂ ਫਿਰ ਉਹ ਸਮਾਂ ਜਾਣ ਕੇ ਜਿਹੜਾ ਸਾਹਮਣੇ ਆ ਜਾਂਦਾ, ਵਿਆਕੁਲ ਹੋਏ ਪੀਰ ਤੇ ਜੇਈ। ਸਾਧ ਸੰਗਤ ਜਿਨ੍ਹਾਂ ਦੇ ਸਰੀਰਾਂ 'ਚ ਪੀੜਾਂ ਹੁੰਦੀਆਂ ਸੀਗੀਆਂ, ਜਿਨ੍ਹਾਂ ਦੇ ਸਰੀਰ ਬੜੇ ਦਰਦ ਹੁੰਦੇ, ਜਿਹੜੇ ਬੜੇ ਦੁਖੀ ਹੁੰਦੇ ਸਨ ਨਾ ਜੀ। ਹਾਂਜੀ, ਦ੍ਰਿਸ਼ਟ ਪਰੈ ਸੁਖ ਪਾਵੈ ਤੇਈ। ਵਾਹਿਗੁਰੂ, ਗੱਜ ਕੇ ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਵਿੱਚ ਇੰਨੀ ਵੱਡੀ ਤਾਕਤ, ਮਹਾਰਾਜ ਦੀ ਦ੍ਰਿਸ਼ਟੀ ਪੈਂਦਿਆਂ ਹੀ ਉਹ ਠੀਕ ਹੋ ਜਾਂਦੇ ਸੀਗੇ ਜੀ। ਪੈਂਦਿਆਂ ਹੀ ਦ੍ਰਿਸ਼ਟੀ ਪੈਂਦਿਆਂ ਹੀ ਠੀਕ ਹੋ ਜਾਣਾ ਜੀ। ਹਾਂਜੀ, ਭਾਈ ਜਗਤ ਮੈਂ ਬਿਦਤ ਸੋ ਬਾਤੀ। ਲਓ ਜੀ, ਇਹ ਗੱਲ ਜਗਤ ਵਿੱਚ ਪ੍ਰਸਿੱਧ ਹੋ ਗਈ ਜੀ। ਕਿਹੜੀ? ਵੀ ਜਿਹਦੇ ਤੇ ਦ੍ਰਿਸ਼ਟੀ ਪੈਂਦੀ ਨਾ, ਜਦੋਂ ਮਹਾਰਾਜ ਬਾਹਰ ਆਉਂਦੇ, ਪਹਿਲੀ ਦ੍ਰਿਸ਼ਟੀ ਪੈਂਦੀ, ਉਹ ਨਿਹਾਲ ਹੋ ਜਾਂਦਾ। ਹਾਂਜੀ, ਆਏ ਅਨੇਕ ਖਰੇ ਹੋਏ ਪ੍ਰਾਤੀ। ਤੇ ਫਿਰ ਕੀ, ਲੋਕ ਤਾਂ ਅੱਗੇ ਬੜੇ ਦੁਖੀ ਨੇ ਸਾਰੇ, ਤੇ ਲੋਕ ਦੁਖੀ ਲੋਕ ਨਾ ਜੀ ਪਹਿਲਾਂ ਹੀ ਅੱਗੇ ਖਲੋਤੇ ਹੁੰਦੇ ਸੀਗੇ ਜੀ, ਪਹਿਲਾਂ ਹੀ ਅੱਗੇ ਖਲੋ ਜਾਣਾ। ਹਾਂਜੀ, ਸੰਕਟ ਨਸ਼ਟ ਹੈ ਸਦਨ ਸਿਧਾਰੈ। ਤੇ ਲਓ ਫਿਰ ਜਦੋਂ ਸਾਰਿਆਂ ਤੇ ਦ੍ਰਿਸ਼ਟੀ ਪੈ ਜਾਣੀ ਨਾ ਜੀ, ਤੇ ਮਹਾਰਾਜ ਦੀ ਦ੍ਰਿਸ਼ਟੀ ਦੀ ਤਾਕਤ, ਸਾਰਿਆਂ ਦੇ ਸੰਕਟ ਨਾਸ ਹੋ ਜਾਣੇ ਜੀ। ਤੇ ਖੁਸ਼ੀ ਖੁਸ਼ੀ ਸਤਿਗੁਰਾਂ ਦੇ ਦਰਸ਼ਨ ਕਰਕੇ ਸੰਗਤਾਂ ਘਰ ਨੂੰ ਜਾਂਦੀਆਂ ਜੀ। ਹਾਂਜੀ, ਜਹ ਕਹੈ ਸ਼੍ਰੀ ਗੁਰ ਸੁਜਸ ਬਿਥਾਰੈ। ਤੇ ਜਿੱਥੇ ਕਿੱਥੇ ਮਹਾਰਾਜ ਦਾ ਜਸ ਕਰਦੇ, ਭਾਈ ਦੁਖੀ ਜਾਵੇ, ਤੇ ਜੇ ਗੁਰੂ ਅੰਗਦ ਦੇਵ ਜੀ ਨੇ ਦ੍ਰਿਸ਼ਟੀ ਪਾਤੀ ਤੇ ਸਭ ਦੁੱਖ ਦੂਰ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ, ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਆਂ, ਤੇ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਇੱਕ ਪੰਕਤੀ ਬਖਸ਼ਿਸ਼ ਕੀਤੀ, ਦੁੱਖ ਪਰਹਰ ਸੁਖ ਘਰ ਲੈ ਜਾਏ। ਇਹ ਦਰ ਇੰਨਾ ਵੱਡਾ ਹੈ, ਇੱਥੇ ਆ ਕੇ ਦੁੱਖ ਬੰਦਾ ਛੱਡ ਜਾਂਦਾ ਤੇ ਸੁੱਖ ਨਾਲ ਲੈ ਜਾਂਦਾ ਜੀ। ਹਾਂਜੀ, ਬਾਹਰ ਰਬਾਬੀ ਕੀਰਤਨ ਗਾਵੇ। ਬਾਹਰ ਰਬਾਬੀ ਕੀਰਤਨ ਗਾਵੇ। ਫਿਰ ਰਬਾਬੀ ਜਿਹੜੇ ਆ, ਰਬਾਬ ਲੈ ਕੇ ਆ ਜਾਂਦੇ, ਉਹਨਾਂ ਕੀਰਤਨ ਕਰਨਾ। ਤੇ ਜਦੋਂ ਰਬਾਬੀਆਂ ਨੇ ਕੀਰਤਨ ਕਰਨਾ, ਤੇ ਜਿਹੜਾ ਮਾਹੌਲ ਬਣਨਾ ਨਾ ਜੀ, ਉਹ ਸੁਣੋ ਤੁਸੀਂ। ਹਾਂਜੀ, ਸੁਨਹਿ ਬੀਚ ਸੰਗਤ ਹਰ ਖਾਵੇ। ਰਬਾਬੀਆਂ ਨੇ ਕੀਰਤਨ ਸੁਣ ਕੇ ਤੇ ਖੁਸ਼ ਹੋਣਾ, ਖੁਸ਼ ਜੀ। ਕਿਉਂ? ਮਾਹੌਲ ਬੜਾ ਪਵਿੱਤਰ ਬਣਨਾ ਜੀ, ਬੜਾ ਵਧੀਆ ਮਾਹੌਲ ਬਣਨਾ ਜੀ। ਹਾਂਜੀ, ਬੈਠੇ ਰਹੇ ਸਿੰਘਾਸਨ ਫੇਰ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸਿੰਘਾਸਨ ਤੇ ਬੈਠੇ ਰਹਿੰਦੇ, ਕੀਰਤਨ ਹੁੰਦਾ ਰਹਿੰਦਾ ਜੀ। ਤੇ ਕੀਰਤਨੀਏ ਬੜੇ ਸਿਆਣੇ, ਬੜੇ ਰਾਗਾਂ ਵਿੱਚ ਬੜਾ ਸੁੰਦਰ ਕੀਰਤਨ ਕਰਦੇ ਜੀ। ਹਾਂਜੀ, ਸਿੱਖ ਸੰਗਤ ਸਭ ਦਰਸ਼ਨ ਹੇਰ। ਸਿੱਖ ਸੰਗਤਾਂ ਆ ਕੇ ਮਹਾਰਾਜ ਦੇ ਦਰਸ਼ਨ ਕਰਦੀਆਂ, ਦਰਬਾਰ ਸਜਣਾ। ਹਾਂਜੀ, ਦੋਹਰਾ ਸ਼੍ਰੀ ਗੁਰੂ ਨਾਨਕ ਕੀ ਸਦਾ ਚਰਚਾ ਕਰਤ ਉਦਾਰ। ਤੇ ਬਸ ਫਿਰ ਕੀਰਤਨ ਤੋਂ ਬਾਅਦ ਕਥਾਵਾਚਕ ਕੌਣ ਸੀ? ਭਾਈ ਬਾਲਾ ਜੀ। ਤੇ ਸਦਾ ਹੀ ਗੁਰੂ ਨਾਨਕ ਸਾਹਿਬ ਜੀ ਦੀ ਚਰਚਾ ਹੁੰਦੀ ਜੀ।
ਸਤਿਗੁਰਾਂ ਦੀ ਕਥਾ ਹੁੰਦੀ। ਜਥਾ ਚਰਿਤ੍ਰ ਪਵਿੱਤਰ ਬਹੁ ਜਗ ਬਚਿੱਤਰ ਵਿਸਥਾਰ। ਤੇ ਜਥਾ ਚਰਿਤ੍ਰ ਪਵਿੱਤਰ ਬਹੁ ਜਗ ਬਚਿੱਤਰ ਵਿਸਥਾਰ। ਜਿਸ ਤਰ੍ਹਾਂ ਦੇ ਮਹਾਰਾਜ ਦੇ ਮਹਾਨ ਕੌਤਕ ਸਨ ਨਾ, ਉਹਨਾਂ ਮਹਾਨ ਕੌਤਕਾਂ ਦੀ ਸਤਿਗੁਰੂ ਆਪ ਕਥਾ ਸੁਣਦੇ ਜੀ। ਹਾਂਜੀ। ਚਉਪਈ ਅਪਰ ਨ ਚਰਚਾ ਕੋਈ ਹੋਏ। ਅਪਰ ਨ ਚਰਚਾ ਕੋਈ ਹੋਏ। ਹੋਰ ਕੋਈ ਚਰਚਾ ਨਹੀਂ ਸੀ ਹੁੰਦੀ ਸਤਿਗੁਰੂ ਜੀ ਦੇ ਦਰਬਾਰ ਵਿੱਚ। ਜਗ ਕਾਰਜ ਕੀ ਜੇਤਕ ਜੋਏ। ਹੋਰ ਜਿੰਨੇ ਕਾਰਜ ਸਨ ਸਾਰੇ ਦੂਜੇ ਨੰਬਰ ਤੇ ਜੀ। ਹੋਰ ਕੰਮਾਂ ਦੀ ਵਿਚਾਰ ਨਹੀਂ ਸੀ ਹੁੰਦੀ। ਸੂਪਕਾਰ ਕਰ ਤਿਆਰ ਆਹਾਰੂ। ਉਹਨੇ ਚਿਰ ਨੂੰ ਫਿਰ ਰਸੋਈਏ ਨੇ ਮਹਾਰਾਜ ਜੀ ਦੇ ਕੋਲ ਆ ਜਾਣਾ। ਹਾਂਜੀ। ਸਭ ਰਸ ਪੱਕ ਹੈ ਸਵਾਦ ਉਦਾਰੂ। ਹਰ ਤਰ੍ਹਾਂ ਦੇ ਰਸਾਂ ਦਾ ਪ੍ਰਸ਼ਾਦਾ ਜਿਹੜਾ ਸੀ ਉਹ ਤਿਆਰ ਹੁੰਦਾ ਸੀ। ਜਬ ਸੁਧ ਦੇਹ ਆਨ ਕਰ ਸੋਈ। ਤੇ ਫਿਰ ਆ ਕੇ ਰਸੋਈਆ ਸੰਗਤ ਬੈਠੀ ਹੋਣੀ, ਰਸੋਈਏ ਨੇ ਆ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬੇਨਤੀ ਕਰਨੀ, ਮਹਾਰਾਜ ਭੋਜਨ ਤਿਆਰ ਹੈ, ਸੱਚੇ ਪਾਤਸ਼ਾਹ ਪ੍ਰਸ਼ਾਦਾ ਤਿਆਰ ਹੈ। ਸ਼੍ਰੀ ਗੁਰ ਜੀ ਭਈ ਪਾਕ ਰਸੋਈ। ਹੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਪ੍ਰਸ਼ਾਦਾ ਤਿਆਰ ਹੈ, ਲੰਗਰ ਤਿਆਰ ਹੈ। ਹਾਂਜੀ। ਉਠ ਕਿਰਪਾਲ ਤੇ ਸੰਗ ਸਿਧਾਰੈ। ਸੱਚੇ ਪਾਤਸ਼ਾਹ ਬੇਨਤੀ ਸੁਣ ਕੇ ਉਸ ਰਸੋਈਏ ਦੇ ਨਾਲ ਜਾਂਦੇ। ਸਖਾ ਸਿੱਖ ਸੇਵਕ ਲੈ ਸਾਰੇ। ਸਭ ਸੇਵਕ ਮਹਾਰਾਜ ਗਰੀਬ ਨਵਾਜ ਜੀ ਦੇ ਨਾਲ ਜਾਂਦੇ ਜੀ ਪ੍ਰਸ਼ਾਦਾ ਛਕਣ ਵਾਸਤੇ। ਹਾਂਜੀ। ਚਤੁਰ ਬਰਨ ਤਹ ਸਮਸਰ ਬੈਸਹਿ। ਚਾਰ ਵਰਨ ਸਾਰੇ ਇਕੱਠੇ ਬੈਠਦੇ ਸੀਗੇ ਜੀ। ਗੁਰੂ ਦੀ ਪੰਗਤ ਵਿੱਚ ਫਰਕ ਨਹੀਂ, ਜੇ ਬੰਦਿਆਂ ਨੇ ਪਾਏ ਹੈ। ਗੁਰੂ ਦੀ ਪੰਗਤ 'ਚ ਫਰਕ ਨਹੀਂ ਹੈ। ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਵੈਸ਼ ਹੋਵੇ, ਮਹਾਰਾਜ ਨੇ ਕਿਹਾ ਸੀ ਕੋਈ ਵਿਤਕਰਾ ਨਹੀਂ ਕੀਤਾ ਜਾਏਗਾ, ਸਾਰੇ ਬਰਾਬਰ ਬੈਠੋ। ਸਾਰੇ ਬਰਾਬਰ ਬੈਠ ਜਾਂਦੇ ਸਨ। ਜੈਸੇ ਰੰਕ ਰਾਵ ਭੀਤੈ ਸਹਿ। ਭਾਵੇਂ ਕੋਈ ਪਰਜਾ ਵਾਲਾ ਹੋਵੇ ਤੇ ਭਾਵੇਂ ਕੋਈ ਰਾਜਾ ਹੋਵੇ ਜੀ, ਸਾਰੇ ਇੱਕ ਬਰਾਬਰ ਗੁਰੂ ਸਾਹਿਬ ਬਿਠਾਉਂਦੇ ਸਨ। ਮਾਟੀ ਕੇ ਬਾਸੁਨ ਹੋਏ ਸਾਰੇ। ਉਸ ਸਮੇਂ ਜਿਹੜੇ ਬਹੁਤੇ ਭਾਂਡੇ ਸਨ ਉਹ ਮਿੱਟੀ ਦੇ ਹੁੰਦੇ ਸਨ। ਹਾਂਜੀ। ਪਤਰਨ ਮਹਿ ਅਚ ਲੇਹ ਆਹਾਰੇ। ਪੱਤਲ ਵਰਤਾਏ ਜਾਂਦੇ ਸਨ, ਮਿੱਟੀ ਦੇ ਭਾਂਡੇ ਵਰਤਾਏ ਜਾਂਦੇ ਸਨ, ਉਹਨਾਂ ਵਿੱਚ ਭੋਜਨ ਛਕਿਆ ਜਾਂਦਾ ਸੀ। ਜੋ ਚੌਂਕੇ ਮਹਿ ਅਚੈ ਰਸੋਈ। ਜਿਹੜਾ ਚੌਂਕੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਸੀ। ਹਾਂਜੀ। ਗੁਰੂ ਸਮੀਪ ਜਾਏ ਨਹਿ ਕੋਈ। ਉਹ ਫਿਰ ਮਹਾਰਾਜ ਉਹਨੂੰ ਮਨਜ਼ੂਰ ਨਹੀਂ ਸੀ ਕਰਦੇ ਜੀ, ਵੀ ਭਾਈ ਤੂੰ ਕਿਉਂ ਵੱਖਰਾ ਪ੍ਰਸ਼ਾਦਾ ਛਕਿਆ। ਸੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ। ਹੁਣ ਜਿਹਨੂੰ ਥੋੜੀ ਜਿਹੀ ਪ੍ਰਭਤਾ ਪ੍ਰਸਿੱਧੀ ਮਿਲ ਜਾਵੇ ਉਹ ਸੰਗਤ ਦੀ ਵੱਖਰਾ ਬਹਿ ਕੇ ਪ੍ਰਸ਼ਾਦਾ ਛਕਦਾ ਜੀ। ਤੇ ਮਾਫ ਕਰਿਓ ਉਹਦੇ ਨਾਲ ਹੰਕਾਰ ਵੱਧਦਾ ਭਾਵੇਂ ਕੋਈ ਵੀ ਹੋਵੇ ਜੀ। ਮਹਾਰਾਜ ਨੇ ਪ੍ਰਵਾਨ ਨਹੀਂ ਕੀਤਾ। ਮਹਾਰਾਜ ਕਹਿੰਦੇ ਨਾ ਭਾਈ ਪੰਗਤ ਵਿੱਚ ਬੈਠੋ ਸਾਰੇ। ਹਾਂਜੀ। ਪੰਕਤ ਵਿੱਚ ਬੈਠ ਗੁਰ ਖਾਹੇ। ਤੇ ਮਹਾਰਾਜ ਆਪ, ਹੁਣ ਸਤਿਗੁਰੂ ਜੀ ਤੋਂ ਤੇ ਵੱਡਾ ਕੋਈ ਨਹੀਂ ਨਾ, ਸਤਿਗੁਰੂ ਜੀ ਆਪ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਸਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਏਕ ਸਮਾਨ ਅਸਨ ਅਚਵਾਵੈ ਹੈ। ਤੇ ਮਹਾਰਾਜ ਗਰੀਬ ਨਵਾਜ ਇੱਕ ਸਮਾਨ ਭੋਜਨ ਛਕਦੇ ਸਨ। ਸਾਰਿਆਂ ਦਾ ਵਰਤਾਰਾ ਇੱਕੋ ਜਿਹਾ ਹੋਏਗਾ। ਇਹ ਨਹੀਂ ਵੀ ਮੇਰੇ ਲਈ ਸ਼ਾਹੀ ਪਨੀਰ ਬਣਾਤਾ ਤੇ ਦੂਜਿਆਂ ਨੂੰ ਦਾਲ ਚੱਲਣ ਦਿਓ, ਨਹੀਂ, ਸਾਰਿਆਂ ਵਾਸਤੇ ਬਰਾਬਰ ਭੋਜਨ ਵਰਤਦਾ ਸੀ। ਪਾਇਸ ਹੋਵਹਿ ਬੀਚ ਰਸੋਈ। ਹਾਂ, ਰਸੋਈ ਵਿੱਚ ਕੀ ਤਿਆਰ ਹੁੰਦਾ ਸੀ? ਖੀਰ। ਗੁਰੂ ਅੰਗਦ ਸਾਹਿਬ ਜੀ ਦੇ ਵੇਲੇ ਦੀ ਖੀਰ ਤੇ ਬਹੁਤੀ ਪ੍ਰਸਿੱਧ ਹੈ ਜੀ। ਹਾਂਜੀ। ਸੀਤ ਪ੍ਰਸਾਦ ਖਾਹੈ ਸਭ ਕੋਈ। ਸਾਰੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਛਕਦੇ, ਬਾਅਦ ਵਿੱਚ ਸਾਰੀਆਂ ਸੰਗਤਾਂ ਪ੍ਰਸ਼ਾਦਾ ਛਕਦੀਆਂ। ਪੁੰਨ ਜਲ ਪਾਨ ਚੁਰੀ ਕਰ ਲੇਹੇ। ਫਿਰ ਮਹਾਰਾਜ ਜਲ ਪਾਨ ਕਰਕੇ ਚੁਲੀ ਕਰ ਲੈਂਦੇ। ਉਠ ਹੈ ਗੁਰੂ ਪੁੰਨ ਏਵ ਕਰਹਿ। ਫਿਰ ਮਹਾਰਾਜ ਉੱਠ ਕੇ ਨਾ ਇਹ ਕੰਮ ਕਰਦੇ, ਇਹ ਕਾਰਜ ਕਰਦੇ। ਗ੍ਰਾਮ ਬਾਲ ਕੇ ਲੇਹ ਬੁਲਾਏ। ਕੀ ਕਰਨਾ? ਮਹਾਰਾਜ ਨੇ ਪਿੰਡਾਂ ਦੇ ਸਾਰੇ ਬਾਲਕ ਬੁਲਾ ਲੈਣੇ ਜੀ, ਬੱਚੇ ਬੁਲਾ ਲੈਣੇ। ਹਰਖ ਸ਼ੋਕ ਜੇ ਹੋਏ ਨਾ ਕਾਏ। ਹਰਖ ਸ਼ੋਕ ਜਿਹੇ ਹੋਏ ਨਾ ਕਾਏ। ਜਿਨ੍ਹਾਂ ਬਾਲਕਾਂ ਨੂੰ ਕੋਈ ਖੁਸ਼ੀ ਨਹੀਂ, ਗਮੀ ਨਹੀਂ ਹੈ, ਬ੍ਰਹਮ ਰੂਪ ਬਾਲਕ ਬੱਚੇ ਹੁੰਦੇ ਆ।
ਮਹਾਰਾਜ ਉਹਨਾਂ ਨੂੰ ਸੱਦ ਲੈਂਦੇ 300 ਮਿਲ ਕਰ ਖੇਲਹਿ ਖੇਲ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਉਹਨਾਂ ਨੂੰ ਖੇਡ ਦੇ ਬਹਾਨੇ ਸੱਦਣਾ ਮਹਾਰਾਜ ਨੇ, ਵੀ ਆਓ ਤੁਹਾਨੂੰ ਖੇਡਾਂ ਖੇਡਾਈਏ। ਤੇ ਖੇਡ ਦੇ ਬਹਾਨੇ ਸੱਦ ਕੇ ਤੇ ਮਹਾਰਾਜ ਨੇ ਉਹਨਾਂ ਨੂੰ ਗੁਰਮੁਖੀ ਸਿਖਾ ਦੇਣੀ ਜੀ, ਬਾਣੀ ਪੜ੍ਹਨੀ ਸਿਖਾ ਦੇਣੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਖੇਡਾਂ ਦੇ ਬਹਾਨੇ ਸੱਦ ਕੇ ਜੀ। ਹਾਂਜੀ। ਹੋਹੈ ਪ੍ਰਸੰਨ ਮਿਲੈ ਸਿਸ ਮੇਲ। ਤੇ ਸੰਗਤ ਜੀ ਬਾਲਕ ਮਹਾਰਾਜ ਨੂੰ ਮਿਲ ਕੇ ਖੇਡ ਵੀ ਜਾਂਦੇ ਤੇ ਸਿੱਖ ਵੀ ਜਾਂਦੇ ਜੀ, ਬੜੇ ਖੁਸ਼ ਹੁੰਦੇ ਸਾਰੇ ਜੀ। ਹਾਂਜੀ। ਪਹਿਰ ਤੀਸਰੋ ਏਵ ਬਿਤਾਵਹਿ। ਤੀਸਰਾ ਪਹਿਰ ਇਸੇ ਤਰ੍ਹਾਂ ਬਤੀਤ ਹੁੰਦਾ ਮਹਾਰਾਜ ਦਾ। ਪਹਿਲਾਂ ਮਹਾਰਾਜ ਗਰੀਬ ਨਵਾਜ ਸੰਗਤ ਕਰਦੇ, ਪ੍ਰਸ਼ਾਦਾ ਛਕਦੇ ਸੰਗਤ ਵਿੱਚ, ਫਿਰ ਬਾਲਕਾਂ ਨੂੰ ਸੱਦਦੇ ਮਹਾਰਾਜ, ਉਹਨਾਂ ਨੂੰ ਪੜ੍ਹਾਉਂਦੇ ਲਿਖਾਉਂਦੇ। ਹਾਂਜੀ। ਪਹਿਲਵਾਨ ਤਬ ਗੁਰੂ ਬੁਲਾਵਹਿ। ਉਹਦੇ ਤੋਂ ਬਾਅਦ ਮਹਾਰਾਜ ਨੇ ਭਲਵਾਨ ਸੱਦ ਲੈਣੇ ਜੀ, ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਹਾਂਜੀ। ਮਿਲਹਿ ਆਏ ਬਹੁ ਅਪਰ ਆਹਾ ਅਖਾਰਾ। ਤੇ ਸਾਧ ਸੰਗਤ ਮਿਲਹਿ ਆਏ ਬਹੁ ਪਰਹਿ ਅਖਾਰਾ। ਸਾਰੇ ਆ ਜਾਂਦੇ ਭਲਵਾਨ ਤੇ ਫਿਰ ਪਹਾੜੀ ਅਖਾੜਾ ਲੱਗ ਜਾਂਦਾ। ਅੱਜ ਵੀ ਖਡੂਰ ਸਾਹਿਬ ਵਿੱਚ ਸਥਾਨ ਹੈ ਗੁਰਦੁਆਰਾ ਮੱਲ ਅਖਾੜਾ ਸਾਹਿਬ। ਹਾਂਜੀ। ਪਿਰਹਿ ਆਪ ਮਹਿ ਬਲ ਧਰ ਭਾਰਾ। ਮਹਾਰਾਜ ਦਾ ਆਸਣ ਲੱਗ ਜਾਂਦਾ, ਸੱਚੇ ਪਾਤਸ਼ਾਹ ਬੈਠ ਜਾਂਦੇ, ਚੌਰ ਸਾਹਿਬ ਸਤਿਗੁਰਾਂ ਦੇ ਸੀਸ ਤੇ ਹੁੰਦਾ ਤੇ ਸਤਿਗੁਰਾਂ ਦੇ ਸਾਹਮਣੇ ਫਿਰ ਭਲਵਾਨ ਘੋਲ ਵੀ ਕਰਦੇ ਜੀ। ਇਹ ਸਰੀਰਕ ਤੰਦਰੁਸਤੀ ਵਾਸਤੇ ਗੁਰੂ ਸਾਹਿਬ ਜੀ ਨੇ ਨਿਯਮ ਬਖਸ਼ਿਆ। ਇਹ ਨਹੀਂ ਸਿੱਖ ਖਾ ਕੇ ਸੁੱਤਾ ਰਵੇ ਮੇਰੇ ਵਰਗਾ ਤੇ ਫਿਰ ਰੋਗ ਲੱਗ ਜਾਣ ਜੀ। ਫਿਰ ਭਲਵਾਨ ਜਿਹੜੇ ਉਹ ਘੁਲਦੇ ਜੀ, ਸਤਿਗੁਰੂ ਜੀ ਦੇਖਦੇ ਰਹਿੰਦੇ, ਮਹਾਰਾਜ ਵੇਖਦੇ ਉਹਨਾਂ ਨੂੰ। ਹਾਂਜੀ। ਕਹਿ ਕਹਿ ਤਿਨਹੁ ਪਿਰਾਵਨ ਠਨ ਹੈ। ਕਹਿ ਕਹਿ ਤਿਨਹੁ ਪਿਰਾਵਨ ਠਾਨੇ। ਮਹਾਰਾਜ ਨੇ ਨਾਮ ਲੈਣਾ, ਉਹ ਭਾਈ ਇਹ ਤੂੰ ਪਿੱਛੇ ਕਿਉਂ ਰਹਿ ਗਿਆ, ਚੱਲ। ਮਹਾਰਾਜ ਕਹਿੰਦੇ ਜ਼ੋਰ ਲਾ। ਕਈ ਵਾਰੀ ਤੇ ਆਪ ਦਾ ਦੱਸਦੇ ਮਹਾਰਾਜ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਘੋਲਦੇ ਆਪ ਦਾ ਦੱਸਦੇ। ਤੇ ਜਦੋਂ ਮਹਾਰਾਜ ਬਚਨ ਕਰਦੇ ਤੇ ਪਹਿਲਵਾਨਾਂ ਵਿੱਚ ਉਤਸ਼ਾਹ ਪੈਦਾ ਹੋ ਜਾਂਦਾ ਜੀ। ਕਹਿ ਕਹਿ ਕੇ ਸੱਚੇ ਪਾਤਸ਼ਾਹ ਘੋਲ ਕਰਵਾਉਂਦੇ। ਕੁਸ਼ਤੀ ਕਰਤ ਜੀਤ ਕਹਿ ਹਨ। ਹੁਣ ਕੁਸ਼ਤੀ ਹੁੰਦੀ ਸੀ, ਘੋਲ ਹੁੰਦਾ ਸੀ, ਤੇ ਉਹ ਸਾਧ ਸੰਗਤ ਦੀ ਫਿਰ ਜਿੱਤ ਹਾਰ ਵੀ ਹੁੰਦੀ ਹੈ। ਕੋਈ ਜਿੱਤ ਜਾਂਦਾ, ਕੋਈ ਹਾਰ ਜਾਂਦਾ। ਖੁਸ਼ੀਆਂ ਇਸੇ ਤਰ੍ਹਾਂ ਵਰਤਦੀਆਂ ਰਹਿੰਦੀਆਂ ਜੀ। ਹਾਂਜੀ। ਜਾਮ ਦਿਵਸ ਕੇ ਰਹੇ ਬਹੋਰੀ। ਤੇ ਇਸ ਤਰੀਕੇ ਨਾਲ ਮਹਾਰਾਜ ਗਰੀਬ ਨਵਾਜ ਇੱਕ ਪੈਰ ਜਦੋਂ ਦਿਨ ਦਾ ਰਹਿ ਜਾਂਦਾ, ਭਾਵ ਮਹਾਰਾਜ ਨੇ ਲਗਭਗ ਇੱਕ ਪੈਰ ਘੋਲ ਵੀ ਕਰਵਾਉਣਾ ਜੀ, ਇੱਕ ਪੈਰ ਬੱਚਿਆਂ ਨੂੰ ਵੀ ਪੜਾਉਣਾ। ਵੇਖ ਲਓ ਗੁਰੂ ਅੰਗਦ ਦੇਵ ਮਹਾਰਾਜ ਦਾ ਸਿਧਾਂਤ ਸਮਝਿਓ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸਰੀਰ ਵੀ ਫਿੱਟ ਰੱਖਣਾ ਤੇ ਸਾਧ ਸੰਗਤ ਦੀ ਨਾਲ ਨਾਲ ਪਰਮਾਰਥ ਦੇ ਰਸਤੇ ਤੇ ਵੀ ਜਾਣਾ ਹੈ। ਹਾਂਜੀ। ਸ਼੍ਰੀ ਗੁਰਦੇਵ ਤਜੈ ਤਿਸ ਠੌਰੀ। ਫਿਰ ਇੱਕ ਪੈਰ ਇਹ ਕਾਰਜ ਕਰਕੇ ਜਦੋਂ ਇੱਕ ਪੈਰ ਦਿਨ ਰਹਿ ਜਾਂਦਾ, ਫਿਰ ਮਹਾਰਾਜ ਉਸ ਆਸਣ ਤੋਂ ਉੱਠ ਜਾਂਦੇ। ਸਭਾ ਬਿਖੈ ਸ਼ੁਭ ਆਸਨ ਬੈਸੇ। ਤੇ ਫਿਰ ਸੰਗਤ ਵਿੱਚ ਆ ਕੇ ਬਿਰਾਜਦੇ ਮਹਾਰਾਜ, ਜਿੱਥੇ ਕਥਾ ਹੁੰਦੀ ਹੈ, ਜਿੱਥੇ ਕੀਰਤਨ ਹੁੰਦਾ ਹੈ। ਹਾਂਜੀ। ਮਨ ਗਨ ਸਹਿਤ ਸ਼ੰਭ ਹੋਏ ਜੈਸੇ। ਤੇ ਜਿਵੇਂ ਮੁਨੀਆਂ ਵਿੱਚ ਫਿਰ ਸ਼ਿਵ ਸੋਭਦੇ ਆ ਨਾ, ਐਵੇਂ ਸਿੱਖਾਂ ਵਿੱਚ ਮਹਾਰਾਜ ਗਰੀਬ ਨਵਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਬੜੇ ਹੀ ਫੱਬਦੇ ਐ। ਹਾਂਜੀ। ਚਾਹੋਂ ਦਿਸ਼ ਪਰਵਾਰਤ ਸਿੱਖ ਆਏ। ਚਾਰੇ ਪਾਸੇ ਆਲੇ ਦੁਆਲੇ ਸਿੱਖ ਸੰਗਤਾਂ ਆ ਕੇ ਬੈਠ ਜਾਂਦੀਆਂ, ਬਜ਼ੁਰਗ ਆ ਕੇ ਬੈਠ ਜਾਂਦੇ, ਬੱਚੇ ਨੌਜਵਾਨ ਆ ਕੇ ਬੈਠ ਜਾਂਦੇ ਵੀ ਹੁਣ ਸੰਗਤ ਦਾ ਸਮਾਂ ਹੋ ਗਿਆ। ਹਾਂਜੀ। ਰੋਚਰ ਰਬਾਬੀ ਗਾਇਨ ਗਾਏ। ਤੇ ਫਿਰ ਰਬਾਬੀਆਂ ਦੀ ਵਾਰੀ ਹੁੰਦੀ ਸੀ। ਰਬਾਬੀ ਵੀ ਭਲਵਾਨ ਹੀ ਹੈ, ਸੌਖਾ ਕੰਮ ਨਹੀਂ ਜੇ। ਰਾਗਾਂ ਨੂੰ ਗਾਉਣਾ, ਰਾਗਾਂ ਵਿੱਚ ਕੀਰਤਨ ਕਰਨਾ। ਫਿਰ ਰਬਾਬੀਆਂ ਨੇ ਆਉਣਾ, ਰਬਾਬੀਆਂ ਨੇ ਕੀਰਤਨ ਕਰਨਾ। ਸਕਲ ਪ੍ਰੇਮ ਕਰ ਸੁਨੈ ਸੋ ਦਾਸ। ਤੇ ਸਾਰੇ ਕੀ ਕਰਦੇ ਜੀ, ਸਾਰੇ ਫਿਰ ਪ੍ਰੇਮ ਨਾਲ ਕੀਰਤਨ ਸੁਣਦੇ ਜੀ। ਮਹਾਰਾਜ ਦੀ ਹਜ਼ੂਰੀ 'ਚ ਕੀਰਤਨ ਹੁੰਦਾ। ਜਿਨ ਤੇ ਬ੍ਰਿੰਦ ਵਿਕਾਰ ਵਿਨਾਸ਼। ਜਿਸ ਕੀਰਤਨ ਨੂੰ ਸੁਣ ਕੇ ਸਾਰੇ ਵਿਕਾਰਾਂ ਦਾ ਨਾਸ਼ ਹੁੰਦਾ ਹੈ, ਉਹ ਫਿਰ ਕੀਰਤਨ ਹੋਣਾ ਸੰਗਤ ਦੇ ਵਿੱਚ। ਹਾਂਜੀ। ਸੰਧਿਆ ਸਮੈ ਸੋ ਹੋਏ ਇਕੰਤ। ਸਿੱਖ
ਕੀਰਤਨ ਦਾ ਲਾਹਾ ਲੈਂਦੇ। ਸਾਡੇ ਵਰਗੇ ਨਹੀਂ ਹੈ ਵੀ ਕੀਰਤਨ ਸੁਣ ਕੇ ਬਸ ਖਤਮ ਕਹਾਣੀ ਦੀ, ਵਕਾਰ ਨਾਸ਼ ਹੁੰਦੇ ਹੈ। ਤੇ ਮਹਾਰਾਜ ਫਿਰ ਸ਼ਾਮਾਂ ਨੂੰ ਇਕਾਂਤ ਵਿੱਚ ਬੈਠ ਜਾਂਦੇ ਸੱਚੇ ਪਾਤਸ਼ਾਹ। ਹਾਂਜੀ, ਨਿਜ ਸਰੂਪ ਮਹਿਲੇ ਭਗਵੰਤ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣੇ ਨਿੱਜੀ ਸਰੂਪ ਵਿੱਚ ਟਿਕਦੇ ਜੀ। ਨੇਤਰ ਬੰਦ ਕਰ ਲੈਣੇ, ਫਿਰ ਵਾਹਿਗੁਰੂ ਦੇ ਚਰਨਾਂ 'ਚ ਧਿਆਨ। ਵੇਖ ਲਓ ਸਵੇਰ ਸਮੇਂ ਵੀ ਤੇ ਸ਼ਾਮ ਸਮੇਂ ਵੀ। ਸੋ ਇਹਦੇ ਤੋਂ ਅੱਗੇ ਜੋ ਇਤਿਹਾਸ ਹੈ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਨਾਨਕ ਅੰਗਦ ਗੁਰੂ ਅਮਰ